सतनाम। धन वाहिगुरु साहिब जीओ। पूरा थाट बनाया पूरे, वेखो एक समाना। इस परपंच मह साचे नाम की वड्याई। मत को धरो गुमाना, सतगुर की जिसनो मत आवे। सो सतगुर माहे समाना। एह बानी जो जियो जाने, तिस अंतर रवै हर नामा। बानी गुरु गुरु है बानी, विच बानी अमृत सारे। गुर बानी कह सेवक जन मानै, परतख गुरु निस्तारे। कमाले करामात कायम करी, रजा बख्श राजक रिहा गुन रही। दंडोत बंधन अनक बार, सर्व कला समरथ। डोलन तेरा खो प्रभु, नानक दे कर हथ। जुगो जुग अटल वालिए कुल आलम, मुजस्मे आबे हयात, बानी दे बोहित सरवरे कायनात। धन धन गुरु ग्रंथ साहिब जी महाराज, तिन्हां दी पावन पवित्र हजूरी दे विच ਐਤਵਾਰ ਦੇ ਦੀਵਾਨਾਂ ਦੇ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਆਓ। ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। परम सत्कारयोग सत संगत जी, जिस तरह कि आप जी नूं इस स्थान दे वजीर भाई साहब जी ने आप जी नूं दस दिता है कि अज आपां दो विषयां ते सांझ पाउणी है। एक ते धन धन गुरु ग्रंथ साहिब जी महाराज दा संपूर्णता दिवस, और दूसरा थोड़ा जिहा समा लावांगे साचा गुरलादो रे दिवस के बारे भी, क्योंकि इस हफ्ते दे विच दोनों दिहाड़े आ रहे हैं। सत संगत जी, धन धन गुरु ग्रंथ साहिब जी महाराज दे 3 दिहाड़े मनाए जाते हैं। पहला दिहाड़ा असी मनाने हाँ धन धन गुरु ग्रंथ साहिब जी महाराज का पहला प्रकाश दिहाड़ा, जिहड़ा रामसर की धरती ते धन धन गुरु अर्जन देव जी महाराज ने 1602 ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਾਉਣੀ ਸ਼ੁਰੂ ਕੀਤੀ ਸੀ, ਔਰ ਉਹਦੀ ਸੰਪੂਰਨਤਾ 1604 ਵਿੱਚ ਹੋ ਰਹੀ ਹੈ। ਇਹ ਹੈ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ। ਇਸ ਪ੍ਰਕਾਸ਼ ਦਿਹਾੜੇ ਤੋਂ ਬਾਅਦ
1606 2 ਸਾਲ ਦਾ ਗੈਪ ਜਿਹਦੇ ਵਿੱਚ ਗੁਰੂ ਸਾਹਿਬ ਨੇ ਇੱਕ ਸ਼ਬਦ ਨਹੀਂ ਉਚਾਰਿਆ ਸੀ। ਔਰ ਇਸ ਆਦਿ ਗ੍ਰੰਥ ਦੇ ਵਿੱਚ 30 ਰਾਗਾਂ ਦੇ ਵਿੱਚ ਬਾਣੀ ਹੈ ਔਰ 5 ਗੁਰੂ ਸਾਹਿਬਾਨਾਂ ਦੀ ਬਾਣੀ ਇਸ ਵਿੱਚ ਦਰਜ ਸੀ। ਬਾਕੀ ਭਗਤ ਸਾਹਿਬਾਨ, ਬਾਕੀ ਪੱਟ ਸਾਹਿਬਾਨ ਤੇ ਗੁਰਸਿੱਖ, ਉਹਨਾਂ ਦੀ ਗਿਣਤੀ ਉਹੀ ਹੈ। ਦੂਸਰਾ ਅਸੀਂ ਮਨਾਉਂਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੰਪੂਰਨਤਾ ਦਿਵਸ, ਜਿਹੜਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕਰ ਕਮਲਾਂ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਗਾਇਆ ਔਰ ਲਿਖਾਰੀ ਲਗਾ ਕੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਹਿਯੋਗੀ ਸਨ। ਦਮਦਮਾ ਸਾਹਿਬ ਦੀ ਧਰਤੀ ਤੇ ਆਪਣੇ ਗੁਰੂ ਪਿਤਾ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ 116 ਬਚਨ ਜਿਹੜੇ ਸੀਗੇ ਔਰ ਉਹਨਾਂ ਦਾ 31ਵਾਂ ਰਾਗ ਜੈਜਾਵੰਤੀ, ਉਹ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਇਹਨੂੰ ਸੰਪੂਰਨਤਾਈ ਦਿੱਤੀ ਹੈ। ਇਹ ਸੰਪੂਰਨਤਾਈ ਜਿਸ ਦੀ ਸ਼ੁਰੂਆਤ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਹਿਲੇ ਜਾਮੇ ਦੇ ਵਿੱਚ ਕੀਤੀ ਸੀਗੀ, ਉਸ ਦੀ ਸੰਪੂਰਨਤਾ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਮਦਮਾ ਸਾਹਿਬ ਦੀ ਧਰਤੀ ਤੇ 31 ਰਾਗ ਔਰ 6 ਗੁਰੂ ਸਾਹਿਬਾਨ, ਬਾਕੀ 15 ਭਗਤ, 11 ਪੱਟ ਤੇ 3 ਗੁਰਸਿੱਖਾਂ ਦੀ ਬਾਣੀ ਜਿਹੜੀ ਆ ਉਹ ਇਹਦੇ ਵਿੱਚ ਹੈ। ਤੀਸਰਾ ਅਸੀਂ ਮਨਾਉਂਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਤਾ ਗੱਦੀ ਦਿਵਸ। ਗੁਰਤਾ ਗੱਦੀ ਦਿਵਸ ਨੰਦੇੜ ਸਾਹਿਬ ਦੀ ਧਰਤੀ ਤੇ ਜਦੋਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਸਰੀਰ ਨੂੰ, ਆਪਣੇ ਚੋਲੇ ਨੂੰ ਸੰਕੋਚਣ ਤੋਂ ਪਹਿਲਾਂ ਉਹਨਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ। ਇਸ ਸ਼ਬਦ ਦੀ ਸ਼ੁਰੂਆਤ ਹੋ ਰਹੀ ਹੈ ਰਾਏ ਭੋਏ ਦੀ ਤਲਵੰਡੀ ਤੋਂ। ਠੀਕ ਹੈ ਜੀ, ਇਸ ਸ਼ਬਦ ਦੀ ਸ਼ੁਰੂਆਤ ਹੋ ਰਹੀ ਹੈ ਰਾਏ ਭੋਏ ਦੀ ਤਲਵੰਡੀ ਤੋਂ। ਇਸ ਸ਼ਬਦ ਦੀ ਸੰਪੂਰਨਤਾ ਹੋ ਰਹੀ ਹੈ ਦਮਦਮਾ ਸਾਹਿਬ ਦੀ। ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਤਲਵੰਡੀ ਵਿਖੇ। ਦੇਖੋ ਤਲਵੰਡੀ ਤੋਂ ਸ਼ੁਰੂਆਤ ਤੇ ਇੱਕ ਤਲਵੰਡੀ ਦੇ ਵਿੱਚ ਸ਼ਬਦ ਦੀ ਸੰਪੂਰਨਤਾ। ਹਾਂ, ਗੁਰਤਾ ਗੱਦੀ ਨੰਦੇੜ ਸਾਹਿਬ ਦੀ ਧਰਤੀ ਤੇ ਹੈ, ਲੇਕਿਨ ਸ਼ਬਦ ਦੀ ਜਿਹੜੀ ਸੰਪੂਰਨਤਾ ਸੀ ਨਾ, ਉਹ ਦਮਦਮਾ ਸਾਹਿਬ ਦੀ ਸਾਬੋ ਕੀ ਤਲਵੰਡੀ ਦੇ ਵਿੱਚ ਸੰਪੂਰਨਤਾ ਹੋ ਗਈ। ਹੁਣ ਆਪਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨਾ ਕੁਛ ਦਿੱਤੀਆਂ ਹੋਈਆਂ ਪਰਿਭਾਸ਼ਾਵਾਂ, ਜਿੱਥੋਂ ਮੈਂ ਆਪਣੀ ਵਿਚਾਰ ਸ਼ੁਰੂ ਕਰਨੀ ਹੈ। ਮੇਰੀ ਵਿਚਾਰ ਦਾ ਅੱਜ ਧੁਰਾ ਮੁੱਖ ਇਹ ਹੋਏਗਾ ਕਿ ਇਹ ਬਾਣੀ ਆਈ ਕਿੱਦਾਂ ਹੈ, ਇਹ ਬਾਣੀ ਆਉਣ ਦੇ ਕਿਹੜੇ ਕਿਹੜੇ ਕਾਰਨ ਸੀਗੇ, ਕਿਹੜੇ ਕਿਹੜੇ ਕਾਰਨ ਕਰਕੇ ਮਹਾਂਪੁਰਸ਼ਾਂ ਨੂੰ ਇਹ ਬਾਣੀ ਜਿਹੜੀ ਹੈ ਰਚਣੀ ਪਈ ਹੈ, ਉਹਦੇ ਕੁਝ ਕਾਰਨ ਹੈ, ਉਹ ਆਪਾਂ ਵਿਚਾਰ ਕਰਨੀ ਹੈ। ਮਹਾਰਾਜ, ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕੁਝ ਪਰਿਭਾਸ਼ਾਵਾਂ ਦਿੱਤੀਆਂ ਹੋਈਆਂ। ਜਿਸ ਤਰ੍ਹਾਂ ਅਸੀਂ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਪੜ੍ਹਦੇ ਹਾਂ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਕੇ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹਨੂੰ ਮੈਂ ਐਕਸਪਲੇਨ ਨਹੀਂ ਕਰਾਂਗਾ। ਜਿਸ ਤਰ੍ਹਾਂ ਮਾਇਆ ਦੀ ਪਰਿਭਾਸ਼ਾ ਦਿੱਤੀ ਗਈ ਹੈ, ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਜੀਓ ਬੱਧ ਹੈ ਹੋਮੇ ਕਰਮ ਕਮਾਏ। ਇਹ ਮਾਇਆ ਦੀ ਪਰਿਭਾਸ਼ਾ ਹੈ। ਆਨੰਦ ਦੀ ਪਰਿਭਾਸ਼ਾ, ਆਨੰਦ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ, ਬਹੁਤ ਪਿਆਰ ਨਾਲ ਪੜ੍ਹਦੇ ਹੋ, ਲੇਕਿਨ ਆਨੰਦ ਦੀ ਪਰਿਭਾਸ਼ਾ 7ਵੀਂ ਪੌੜੀ ਦੇ ਵਿੱਚ ਹੈ, ਆਨੰਦ ਆਨੰਦ ਸਭ ਕੋ ਕਹੇ। ਇਹਨੂੰ ਮੈਂ ਥੋੜਾ ਜਿਹਾ ਖੋਲ ਦਿਆਂ, ਜੇ ਖੋਲਾਂਗਾ ਤੇ ਪਹਿਲਾਂ ਹੀ ਖਿਮਾ ਮੰਗ ਲਾਂਗਾ, ਸਮੇਂ ਦੀ ਅਵਗਿਆ ਹੋ ਜਾਣੀ ਹੈ, 5-7 ਮਿੰਟ ਉੱਪਰ ਚਲਾ ਜਾਣਾ 2 ਤੋਂ। ਇਹ ਦੱਸ ਦਿਓ ਜੇ ਮੈਂ ਖੋਲਦਾ ਫਿਰ ਮੈਂ ਅੱਗੇ ਚੱਲਾਂ। ਆਨੰਦ ਆਨੰਦ ਸਭ ਕੋ ਕਹੇ, ਪ੍ਰਸ਼ਾਦਾ ਛਕਿਆ, ਆਨੰਦ ਆ ਗਿਆ। ਠੀਕ ਹੈ ਜੀ। ਮਾਂ ਦਾ ਪੁੱਤਰ 4-5 ਸਾਲ ਬਾਅਦ ਵਿਦੇਸ਼ ਤੋਂ ਪੰਜਾਬ ਗਿਆ, ਮਾਂ ਨੇ ਜੱਫੀ ਪਾ ਕੇ ਰੋਈ ਤੇ ਕਹਿੰਦੀ ਪੁੱਤ ਮਿਲ ਕੇ ਆਨੰਦ ਆ ਗਿਆ। ਇਹੋ ਹੀ ਕੋਈ ਸਾਡਾ ਨਾ ਨਹੀਂ ਸਾਧ ਸੰਗਤ ਜੀ। ਆਨੰਦ ਕੀ ਹੈ, ਬੜੇ ਧਿਆਨ ਦੇ ਨਾਲ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਹਰਖ ਦਾ ਉਲਟ ਸ਼ਬਦ ਸੋਗ ਹੈ, ਊਚ ਦਾ ਨੀਚ ਹੈ, ਨੇਰੇ ਦਾ ਦੂਰ ਹੈ। ਇਹ ਸਾਰੇ ਉਲਟ ਸ਼ਬਦ ਮਹਾਰਾਜ ਨੇ ਲਿਖੇ ਹੋਏ ਆ ਗੁਰੂ ਗ੍ਰੰਥ ਸਾਹਿਬ ਵਿੱਚ, ਲੇਕਿਨ ਆਨੰਦ ਸ਼ਬਦ ਦਾ ਉਲਟ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਕਿਉਂਕਿ ਆਨੰਦ ਇੱਕ ਐਸੀ ਅਵਸਥਾ ਦਾ ਨਾਮ ਹੈ ਜਿਸ ਅਵਸਥਾ ਤੇ ਪਹੁੰਚ ਕੇ ਸਿੱਖ ਕਦੀ ਵੀ ਰਸਾਤਲ ਵਾਲੇ ਪਾਸੇ ਨਹੀਂ ਆਵੇਗਾ, ਉਹ ਹਮੇਸ਼ਾ ਉਚਾਈ ਵਾਲੇ ਪਾਸੇ ਨੂੰ ਜਾਵੇਗਾ। ਊਚ ਦਾ ਉੱਪਰ ਜਾਣੇ ਆ, ਨੀਚ ਹਰਖ, ਘਰ ਵਿੱਚ ਖੁਸ਼ੀ ਹੈ ਨਾਲ ਹੀ ਦੁੱਖ, ਦੁੱਖ ਦਾ ਸੁੱਖ, ਊਚ ਦਾ ਨੀਚ, ਹਰਖ ਦਾ ਸੋਗ।
नेरे दा दूर, ये सारे गुरु ग्रंथ साहब तुहानूं मिलते हैं। लेकिन आनंद शब्द का उल्ट शब्द नहीं है। इसलिए महाराज कहते हैं आनंद आनंद सब को कहे। हुण देखो भोजन छकिया, कहता आनंद आ गया, तो 2 घंटे बाद फिर कुछ मंगता फिरदा, फिर तेरा आनंद कित्थे गया बई? मेरी गल समझ गए? आनंद दे अवस्था एक अवस्था का नाम है जिथे पहुँच के कभी रसातल ते नहीं पहुँचेगा। महाराज कहते हैं सारी दुनिया कह रही है मैनू आनंद आ रहा। आनंद आनंद सब को कहे, आनंद गुरु ते, आ ध्यान दिओ, आनंद गुरु ते, गुरु तो बगैर सिखा आनंद नहीं होना, जो मर्जी कर ले। आनंद आनंद सब को कहे, आनंद गुरु ते जानिया, जानिया आनंद सदा गुर ते लगा। आनंद शुरू होन, कृपा कृपा करे प्यारिया, कर कृपा, कर कृपा। पहला की होएगा, किल बिख कटे ज्ञान अंजन सारिया, अंदरों जिनका मोह टुटा, अंदरों जिनका। कलगियां वाला माछी वाड़े दे जंगलों में बह के उन्हें किते पलियां नहीं बिछाइयां, कहता आ जाओ मैं 4 वारे आया, मां भी वारे आया, 40 वारे आया, मेरे नाल अफसोस करो। उत्थे बह के कह रहा मित्र प्यारे नूं, ये है आनंद। मित्र प्यारे नूं हाल मुरीदां दा कहना, तुद बिन रोग रजाइयां दा ओडन नाग निवासां दे। मैं फिर बेनती करा, आनंद आनंद सब को कहे, आनंद गुरु ते जानिया, जानिया आनंद सदा गुर ते कृपा करे प्यारिया, कर कृपा। पहला शब्द है, पहला शब्द है कृपा, दूजा शब्द है कृपा। महाराज कहते आनंद आनंद सब को कहे, आनंद गुरु ते जानिया, जानिया आनंद सदा गुर ते कृपा करे प्यारिया, कर कृपा किल बिख कटे ज्ञान अंजन सारिया, अंदरों जिनका मोह टुटा, अंदरों जिनका मोह टुटा, तिनका शब्द सचे सवारिया, कहे नानक यह आनंद है, कहे नानक यह आनंद है, आनंद गुर ते जानिया। मैं बेनती कर रहा सीगा कि ये सारियां परिभाषावां गुरु ग्रंथ साहब विच। हुण जेकर कोई सानू ये पूछे कि गुरु ग्रंथ साहिब जी महाराज नूं तुसीं थोड़े जे अखरां दे विच उहनूं परिभाषित करना होवे ते की तुसीं कर सकदे हो? ते विद्वानां ने ना, भाई साहब जी बेनती है थोड़ी जी बई, मैं जिहड़ी बेनती कर रहा सीगा, देखो ਸਰੋਤੇ ते वक्ते का बड़ा आपस में संबंध है जी। इन्हां चों एक भी हिलिया सारा कुछ हिल जाता। मैं बेनती कर रहा सीगा कि अगर गुरु ग्रंथ साहिब नूं थोड़े अक्षरां दे विच परिभाषित करना होवे ते विद्वानां ने इहदी परिभाषा पता है की लिखी है? गुरु ग्रंथ साहिब दे विच 4 चीज़ां हन इहनूं परिभाषित करन वास्ते। पहली गल है सच की है, पहली गल है सच की है। दूजा सच की प्राप्ति किवें होनी है, ठीक है जी। तीसरा जेड़े सच तक पहुंचे है उन्हां दा जिक्र गुरु ग्रंथ साहब विच है, ते जेड़े सच तो विरवे रह गए है उन्हां दा जिक्र है गुरु ग्रंथ साहब। 4 चीज़ां बड़े ध्यान दे नाल, जे कोई तुहानूं पुछे कि गुरु ग्रंथ साहब की परिभाषा थोड़े अक्षरां विच दो, वैसे तो नहीं बयान कर सकते, परंतु एक संखेप मात्र जे कहना होवे ते फिर असीं कह सकते हैं गुरु ग्रंथ साहब दे विच सच की गल कीती गई है, नंबर 1। दूजा सच तक किद्दां पहुंचिया जाना। तीजा जेड़े सच तक पहुंचे है ते जेड़े सच तो विरवे रह गए है। गुरु नानक देव जी महाराज की ईमानदारी देखो। महाराज नूं पुछया, कहंदे की सच की गल तुसीं कीती है, सच की गल तुसीं कर रहे हो? महाराज कहंदे नहीं, सच की गल हो रही है आद सच। कित्थों हो रही है? आद सच। मेरे तो पहला भी कहंदे नहीं, ते आम तौर ते किसी नूं पुछया जावे कि रूहानियत दा ज्ञान तेरे कोल है, कहंदा हाँ सिर्फ मेरे कोल है, होर किसी कोल नहीं है। लेकिन तन तन गुरु नानक देव जी कहंदे इस सच की शुरुआत हो रही है 1170 दे विच। बाबा जयदेव जी, भगत जयदेव जी का प्रकाश दिहाड़ा बंगाल की
ਧਰਤੀ ਤੇ 1170 ਇਸ ਸੱਚ ਦੀ ਗੱਲ ਹੋ ਰਹੀ ਹੈ 1173 ਤੋਂ 1170 ਤੇ 1173 ਬਾਬਾ ਸ਼ੇਖ ਫਰੀਦ ਜੀ 1173 ਪਾਕਪਟਨ ਦੀ ਧਰਤੀ ਤੇ ਔਰ ਮੇਰਾ ਕਹਿੰਦੇ ਜਿਹੜਾ ਪ੍ਰਕਾਸ਼ ਹੈ ਉਹ ਹੋ ਰਿਹਾ 1469 ਮੇਰੇ ਤੋਂ ਤਕਰੀਬਨ 300 ਸਾਲ ਪਹਿਲਾਂ ਵੀ ਜਿਹੜੇ ਸੀਗੇ ਉਹ ਵੀ ਸੱਚ ਦੀ ਗੱਲ ਕਰਦੇ ਆ। ਨਹੀਂ ਤੇ ਆਮ ਤੌਰ ਤੇ ਕਿਸੇ ਨੂੰ ਕਿਹਾ ਜਾਵੇ ਕਿ ਇਸ ਰੂਹਾਨੀਅਤ ਦਾ ਗਿਆਨ ਤੇਰੇ ਕੋਲ, ਉਹ ਕਹੇਗਾ ਮੇਰੇ ਤੋਂ ਹੀ ਸ਼ੁਰੂ ਹੋਇਆ, ਮੇਰੇ ਤੋਂ ਪਹਿਲਾਂ ਕੋਈ ਨਹੀਂ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਮਾਨਦਾਰੀ ਹੈ। ਸੱਚ ਕੀ ਹੈ, ਸੱਚ ਤੱਕ ਕਿੱਦਾਂ ਪਹੁੰਚਿਆ ਜਾਵੇ, ਜਿਹੜੇ ਸੱਚ ਤੱਕ ਪਹੁੰਚੇ ਆ ਉਹਨਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਔਰ ਜਿਹੜੇ ਸੱਚ ਤੋਂ ਵਾਂਝੇ ਰਹਿ ਗਏ ਆ ਉਹਨਾਂ ਦੀ ਗੱਲ। ਹੁਣ ਅਗਲੀ ਗੱਲ, ਇਹ ਬਾਣੀ ਜਿਹੜੀ ਆ ਨਾ ਇਹ ਆਈ ਕਿੱਦਾਂ ਹੈ, ਇਹ ਬਾਣੀ ਆਈ ਕਿੱਦਾਂ ਹੈ? ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਪੁੱਛੀਏ। ਮਹਾਰਾਜ ਕਹਿੰਦੇ ਆ ਅੰਮ੍ਰਿਤ ਬਾਣੀ ਤਤ ਵਖਾਣੀ, ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਬੜੇ ਪਿਆਰ ਦੇ ਰਸੋ ਇਹ ਦੋ ਪੰਕਤੀਆਂ 'ਚ ਮਹਾਰਾਜ ਨੇ ਬਿਆਨ ਕਰਤਾ। ਗੁਰੂ ਅੰਗਦ ਦੇਵ ਸ਼ਲੋਕ ਹੈ ਬਾਣੀ ਆਈ ਕਿੱਦਾਂ। ਅੰਮ੍ਰਿਤ ਬਾਣੀ ਤਤ ਵਖਾਣੀ, ਇਹ ਜੋ ਬਾਣੀ ਹੈ ਤਤ ਦੀ ਵਿਆਖਿਆ ਕਰ ਰਹੀ ਹੈ। ਇੱਥੇ ਤਤ ਦਾ ਅਖਰੀ ਅਰਥ ਹੈ ਪਰਿਪੂਰਨ ਪਰਮਾਤਮਾ। ਗੁਰੂ ਗ੍ਰੰਥ ਸਾਹਿਬ ਵਿੱਚ ਤਤ ਦਾ ਅਰਥ ਪਰਮਾਤਮਾ ਵੀ ਕੀਤਾ ਗਿਆ। ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਕਹਿੰਦੇ ਜਦੋਂ ਮੇਰਾ ਧਿਆਨ ਉਸ ਰੂਹਾਨੀਅਤ ਦੇ ਗਿਆਨ ਦੇ ਨਾਲ ਜੁੜਿਆ, ਉਸ ਸਮੇਂ ਅੰਦਰੋਂ ਫੁਰਨਾ ਪੈਦਾ ਹੋਇਆ। ਉਹ ਜਿਹੜਾ ਫੁਰਨਾ ਸੀਗਾ ਜਦੋਂ ਮੇਰੀ ਜ਼ਬਾਨ ਤੇ ਆਇਆ ਉਹਨੂੰ ਮੈਂ ਸ਼ਬਦਾਂ ਦਾ ਰੂਪ ਦਿੱਤਾ ਤੇ ਉਹ ਬਾਣੀ ਬਣੀ। ਬੜੇ ਧਿਆਨ ਦੇ ਨਾਲ ਸੁਣਿਓ। ਦੇਖੋ ਅੰਦਰੋਂ ਬਾਣੀ ਜਿਹਨੂੰ ਮਹਾਰਾਜ ਕਹਿੰਦੇ ਧੁਰ ਕੀ ਬਾਣੀ ਤਿਨ ਸਗਲੀ ਚਿੰਤ। ਦੇਖੋ ਜਿਹਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ। ਦੇਖੋ ਨਿਮਰਤਾ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਮਰਤਾ ਦੇਖੋ ਇਹਨਾਂ ਦੀ। ਮਹਾਰਾਜ ਆਪ ਬਾਣੀ ਰਚ ਰਿਹਾ ਹੈ, ਆਪ ਬਾਣੀ ਦੇ ਰਚਨਹਾਰ ਹੈ, ਲੇਕਿਨ ਕਹਿ ਰਿਹਾ ਮੇਰੀ ਤਾਂ ਹੈ ਹੀ ਨਹੀਂ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਮਹਾਰਾਜ ਕਹਿੰਦੇ ਮੇਰੀ ਬਾਣੀ ਹੈ ਹੀ ਨਹੀਂ। ਤੇ ਜੇ ਗੁਰੂ ਰਾਮਦਾਸ ਜੀ ਨੂੰ ਪੁੱਛੀਏ ਮਹਾਰਾਜ ਕਹਿੰਦੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪ। ਤੁਹਾਡੇ ਲਿਖਿਆ ਹੋਇਆ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਕਰਤੇ ਨੇ ਆਪ ਕਹਿੰਦੇ ਸਾਡੀ ਮੂੰਹ ਚੋਂ ਕਹਿੰਦੇ ਬਾਣੀ ਕਹਿੰਦੇ ਕਢਾਈ ਆ, ਸਾਡਾ ਕੋਈ ਜ਼ੋਰ ਨਹੀਂ ਹੈ। ਇਸੇ ਨੂੰ ਫਿਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੇ ਸ਼ਬਦ ਪੜ੍ਹਦੇ ਨਾ ਮਹਾਰਾਜ ਕਹਿੰਦੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ। ਕਹਿੰਦੇ ਜੋ ਕਰਾਇਆ ਤੂੰ ਕਰਾਇਆ ਮੈਨੂੰ ਨਹੀਂ ਸੀ ਪਤਾ। ਕਹਿੰਦੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਤਰਸ ਪਿਆ ਮਾ ਰਹਿਮਤ ਹੋਈ ਸਤਿਗੁਰ ਸੱਜਣ। ਆ ਜਿਹੜੀ ਪੰਕਤੀ ਨਾ ਸਤਿਗੁਰ ਸੱਜਣ ਮਿਲਿਆ ਇਹ ਸਿੱਖ ਦੀ ਮੰਜ਼ਲ ਹੈ। ਸ਼ੁਰੂਆਤ ਹੋ ਰਹੀ ਹੈ ਇੱਕ ਤੋਂ, ਇੱਕ ਓੰਕਾਰ ਤੋਂ ਸ਼ੁਰੂਆਤ ਹੈ ਸਿੱਖ ਦੀ। ਤੇ ਸਿੱਖ ਨੇ ਪਹੁੰਚਣਾ ਕਿੱਥੇ ਹੈ? ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਖੈਰ ਮੈਂ ਅੱਗੇ ਚੱਲਾਂ। ਮਹਾਰਾਜ ਕਹਿੰਦੇ ਆ ਹੁਣ ਬਾਬਾ ਕਬੀਰ ਜੀ ਨੂੰ ਪੁੱਛ ਲਈਏ ਇਹ ਬਾਣੀ ਆਈ ਕਿੱਦਾਂ। ਉਹ ਆਪਣੇ ਇੱਕ ਸ਼ਬਦ ਦੇ ਵਿੱਚ ਨਾ ਪੂਰਾ ਐਕਸਪਲੇਨ ਕਰਦੇ ਆ ਕਿ ਬਾਣੀ ਆਈ ਕਿੱਦਾਂ। ਬਾਬਾ ਕਬੀਰ ਜੀ ਫਰਮਾਉਂਦੇ ਏਕ ਜੋਤ। ਪੱਖਾ ਨਾ ਚਲਾਇਓ ਭਾਜੀ, ਜੇ ਚਲਾਉਣਾ ਤੇ ਪਿੱਛੇ ਲਾ ਦਿਓ, ਇੱਥੇ ਨਾ ਲਾਇਓ, ਮੇਰੀ ਆਵਾਜ਼ ਬੈਠ ਜਾਂਦੀ ਹੈ। ਬਾਬਾ ਕਬੀਰ ਜੀ ਕਹਿੰਦੇ ਏਕ ਜੋਤ ਏਕਾ ਮਿਲੀ। ਬਾਣੀ ਕਿੱਦਾਂ ਆਈ? ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਤ ਕਟ ਨਾਮ ਨਾ ਉਪਜੈ ਫੂਟ ਮਰੇ ਜਨ ਸੋਏ ਸਾਵਲ ਸੁੰਦਰ ਰਾਮ ਯਾਮੇ ਰਾਮਨ ਲਾਗਾ ਤੋਹੇ। ਇਹਨੂੰ ਮੈਂ ਪਹਿਲਾਂ ਐਕਸਪਲੇਨ ਕਰਾਂ ਇੰਨੇ ਕੁ ਪੈਰੇ ਨੂੰ। ਏਕ ਜੋਤ ਏਕਾ ਮਿਲੀ, ਬੜੇ ਧਿਆਨ ਸੁਣਿਓ। ਏਕ ਜੋਤ ਦੇ ਅਖਰੀ ਅਰਥ ਕਰਾਂਗੇ ਆਤਮਾ। ਬਾਬਾ ਕਬੀਰ ਜੀ ਦੀ ਆਤਮਾ ਏਕਾ ਮਿਲੀ ਉਸ ਪਰਮਾਤਮਾ ਨਾਲ ਮਿਲੀ। ਏਕ ਜੋਤ ਏਕਾ ਮਿਲੀ, ਮਿਲ ਗਈ ਆਪਸ ਵਿੱਚ। ਜਦੋਂ ਮਿਲੀ ਏਕ ਜੋਤ ਏਕਾ ਮਿਲੀ ਫਿਰ ਅੱਗੇ ਕਹਿੰਦੇ ਕਿੰਬਾ ਹੋਏ ਮਹੋਏ। ਕੀ ਕਹਿੰਦੇ ਜਿਹੜੀ ਆਤਮਾ ਉਸ ਪਰਮਾਤਮਾ ਨਾਲ ਜਦੋਂ ਜੁੜਦੀ ਹੈ ਉਸ ਸਮੇਂ ਉਹਨੂੰ ਵੱਖ ਕੀਤਾ ਜਾ ਸਕਦਾ। ਕਿੰਬਾ ਹੋਏ ਮਹੋਏ, ਮਹੋਏ ਮੈਨੇ ਬਿਲਕੁਲ ਨਹੀਂ ਕਹਿੰਦੇ। ਤੇ ਸਾਡੇ ਪਤਾ ਹਾਲਾਤ ਕੀ ਹੈ? ਅਸੀਂ ਕਿਤੇ ਘਰ ਪਾਠ ਕਰਦੇ ਹੋਈਏ ਨਾ ਤੇ ਕਿਤੇ ਸਵਾਣੀ ਦੇ ਕੋਲੋਂ ਰਸੋਈ ਦੇ ਵਿੱਚ ਭਾਂਡਾ ਡਿੱਗ ਜਾਵੇ ਤੇ ਅਸੀਂ ਕਹਿੰਦੇ ਆ ਭਲੇ ਮਾਨਸੇ
मेरी सुरत जुड़न लगी सीगी ते तू भांडा सुट के तोड़ दिती। जिहड़ी सुरत भांडा टुटण नाल जुड़ डिगण दे नाल जिहड़ी टुट गई आ, वो सुरत कदी जुड़ी नहीं। देखो बाबा कबीर जी का वचन सानू दसदा पिया, कहंदे एक जोत एका मिली, कहंदे जिहदी आत्मा उस परमात्मा दे नाल, जिहदी सुरत उस शब्द दे नाल कहंदे जुड़ जांदी है ना, फिर सुरत नूं शब्द दे नालों कोई नहीं तोड़ सकता। इसे नूं गुरु नानक देव जी कहंदे पहले जामे विच, शब्द गुरु सुरत धुन। सुरत जिहड़ी मेरी है ना, उस शब्द की धुनी दे विच लगी हुई है, ते ओही चेला वै। कहंदी बड़े ध्यान दे नाल, शब्द गुरु, शब्द की जिहड़ी धुनी वजदी पई है, ਉਹਦੇ ਨਾਲ मेरी सुरत जिहड़ी है जुड़ी हुई है, और ਉਹੀ ਜਿਹੜੀ सुरत है वो चेला। बाबा कबीर जी कहते एक जोत एक का मिली, किंबा होए महोए, जित कट नाम ना उपजै फूट मरे जन। मैं तुहानूं एक उदाहरण दे दियां कि जिन्हां दियां सुरतां जुड़ जांदियां ना, उन्हां दे उपर आरा भी चलदा ना, ते उन्हां दा शरीर दो हिस्से भी हो जांदा ना, ते उन्हां दे दोनां हिस्सिਆਂ ਦੇ ਵਿੱਚੋਂ ਬਾਣੀ ਦੀ ਆਵਾਜ਼ ਆਉਂਦੀ। भाई मती दास जी, दो उंगलां जद सीस विच आरे पाया चीर, मती दास जी बोल दे सुन ओ काजी तरतीर। रोम रोम विच मैंडड़े प्रीतम वसिया आप, आरा मैनू भौंदा धर्म छड्डना पाप। टुकड़े इस शरीर दे घरे जे लख करोड़, तापी धर्म ना छड्ड सां तेरा दीन नहीं है लोड़। आरा प्यारा लगदा प्यारा कदों बनाए, सिर जावे तां जाए मेरा। जिन्हां दियां सुरतां उहदे नाल जुड़ जांदी शब्द नाल। ते गुरु ग्रंथ साहब जी कहंदे आ, कहंदे जदों भाई मनी सिंह दा शरीर दो हिस्सियां च होया ना, ते उहदे चों आवाज़ आ रही सी, जिनी नाम ते आया कहे मसक्कत घाल, नानक ते मुख उजले केती छुट्टी। मनदे हो कि शरीर दो फाड़ हो जावे ते उहदे चों बाणी दी आवाज़ आउंदी, हो मनदे हो कि नहीं मनदे? हाँ जी, कोई एक दसे जिहड़ा नहीं मनता, फिर मैं प्रमाण दियां गुरु ग्रंथ साहब जी चों। गुरु ग्रंथ साहब जी भगत, हाँ जिहड़े अजकल दे अपग्रेड आ वो नहीं मनते कि जो मरी गया बंदा तो कितों आवाज़ नहीं। वो ये भी कहते कि बाबा दीप सिंह का जो सीस उतर गया तो कहते वो मर गया, वो कहता लड़िया। कहते ये गुरु की बख्शिश है, गुरु की अरदास पिछे जी की सी ना, वो अरदास साध संगत जो उत्थे पहुँचा दिंदी है जिथे दुनिया की कोई ताकत नहीं तुहानूं पहुँचा सकती। भगत रविदास जी कहते मीन पकड़ फाक्यो और काट्यो रांध कियो बहु बाणी। भगत रविदास जी, मच्छी नूं फड़िया गया, कट्टिया गया, साफ किया गया। मीन पकड़ फाक्यो और काट्यो रांध कियो बहु बाणी। खंड खंड कर भोजन कीनो, ताऊ ना बिसरियो, ताऊ ना बिसरियो। और जे मच्छी समुंदर चों फड़ी, रिन्नी गई, कट्टी गई, तली गई, वो फिर पानी नूं पुछदी पई है, मंगदी पई है, तो सिख क्यों नहीं मंगेगा भी? मीन पकड़ पाक्यो फाक्यो और कहत्यो रांध कियो बो बाणी। खंड खंड कर भोजन कीनो, ताऊ ना बिसरियो पानी। आपां अपने प्रकरण ते आइए। एक जोत एक का मिली, किंबा होए महोए, जित घट नाम ना उपजै। आ सुन लो हुण, बाबा जी कहंदे आ जित घट नाम ना उपजै। जिस हिरदे च नाम नहीं आया ना, फूट मरै जन सोए। मैं ये अर्थ करदा हुन्ना, उस शरीर विच बरूद फिट करके बाहरों अग ला दे, उस शरीर की लोड़ ही है नहीं। फूट मरे जन सोए, सावल सुंदर रामैया, सावल सुंदर रामैया, मेरा मन लागा तो हे परमात्मा मेरा मन जड़ा वो तेरे नाल लग गया। अगली पंक्ति जी, बाबा कबीर जी अगे कहते हैं दोह मिल कारज उपजै, दोह मिल कारज उपजै राम नाम संजोग। कहते दोहां दे मिलाप तो कहते काम होएगा। कहते दो की है, सुरत ते शब्द, आत्मा ते परमात्मा, इन्हां दा मिलाप। दोह मिल कारज उपजै राम नाम संजोग। फिर अगे जो बाबा कबीर जी नूं बाणी आउण लगी, बनारस दे लोकां ने क्या गाने गाउंदा पिया, लोक जाने यह गीत है, लोक जाने यह। लोकी कहंदे कबीर गाने गा रहा, कहंदे ओ दुनिया दे लोको गाने नहीं गा रहा, लोक जाने ये गीत है। ये तो ब्रह्म विचार, ये तो ब्रह्म विचार। ये ब्रह्म दी विचार केड़े केड़े वेले आई, इत्थों मैं दूजा प्रकरण लेना चाहांगा। ये ब्रह्म दी विचार केड़े केड़े वेले आई जी? गुरु ग्रंथ साहिब जी महाराज विच बचन है, ये ब्रह्म दी विचार चार वेले समय आई है जी।
ਪਹਿਲਾ ਸਮਾਂ ਜਦੋਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਲਾਗੇ ਕੋਈ ਨਹੀਂ, ਉਹਨਾਂ ਦੇ ਦਰਿਆ ਦੇ ਕਿਨਾਰੇ ਬੈਠੇ ਆ ਤੇ ਪਰਮਾਤਮਾ ਦੇ ਵਿੱਚ ਉਹਨਾਂ ਨੇ ਸੁਰਤ ਜੋੜੀ ਹੈ। ਸੁਰਤ ਜੋੜੀ ਹੈ ਤੇ ਗੁਰੂ ਨਾਨਕ ਨੇ ਕਿਹਾ, ਮਰਦਾਨੀਆਂ ਰਬਾਬ ਵਜਾ, ਬਾਣੀ ਆਈ ਹੈ। ਬਾਣੀ ਕਿਹਨੂੰ ਆਈ ਹੈ? ਗੁਰੂ ਨਾਨਕ ਦੇਵ ਜੀ ਨੂੰ। ਇਕੱਲੇ ਬੈਠੇ, ਜਦੋਂ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਸਿਫਤ ਦੇ ਵਿੱਚ ਇਕੱਲੇ ਬੈਠੇ ਹੈ, ਮਰਦਾਨੇ ਨੇ ਰਬਾਬ ਵਜਾਈ ਹੈ, ਗੁਰੂ ਨਾਨਕ ਨੂੰ ਬਾਣੀ ਆਈ ਹੈ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਗੁਰੂ ਨਾਨਕ ਦੇਵ ਜੀ ਕਹਿੰਦੇ ਹੈ, ਕਹਿੰਦੇ ਮਹਾਰਾਜ ਕਹਿੰਦੇ ਤੂੰ ਦਰਿਆਓ, ਤੂੰ ਦਰਿਆਓ, ਤੂੰ ਕਹਿ ਰਿਹਾ, ਇਹਦਾ ਮਤਲਬ ਰੱਬ ਨੂੰ ਸਬਰ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਜਦੋਂ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਸਿਫਤ ਕਰ ਰਹੇ ਆ, ਉਹਦੇ ਵਿੱਚ ਸੁਰ ਜੋੜੀਏ, ਇਕੱਲੇ ਬੈਠੇ ਆ, ਕੋਈ ਅੱਗੇ ਸੰਗਤ ਨਹੀਂ। ਉਦੋਂ ਮਹਾਰਾਜ ਨੂੰ ਬਾਣੀ ਆਈ, ਮਹਾਰਾਜ ਕਹਿੰਦੇ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਇੱਕ ਹੋਰ ਪ੍ਰਮਾਣ ਜੀ ਮਾਝ ਕੀ ਵਾਰ ਦੇ ਵਿੱਚੋਂ ਮਹਾਰਾਜ ਕਹਿੰਦੇ ਆ, ਜੇ ਦੇਹ ਦੁਖ ਲਾਈ ਹੈ, ਮੇਰੇ ਸਰੀਰ ਨੂੰ ਦੁੱਖ ਵੀ ਲੱਗ ਜਾਵੇ, ਪਾਪ ਗਿਰੈ ਦੋਇ ਰਾਹ, ਰਤ ਪੀਨੇ ਰਾਜੇ ਸਿਰੇ ਉੱਪਰ ਰੱਖੀਐ, ਐਵੇਂ ਜਾਪੇ ਭਾਉ ਪੀ ਤੂੰ ਹੈ। ਹੁਣ ਤੂੰ ਕਿਹਨੂੰ ਕਿਹਾ ਮਹਾਰਾਜ ਨੇ? ਤੂੰ ਕਿਹਨੂੰ ਕਿਹਾ ਮਹਾਰਾਜ ਨੇ? ਰੱਬ ਨੂੰ ਕਹਿਣਾ, ਪੀ ਤੂੰ ਹੈ ਸਾਲਾਹਨਾ, ਆਖਣ ਲਹੇ ਨਾ ਚਾਓ। ਮਹਾਰਾਜ ਕਹਿੰਦੇ ਜੇਕਰ ਮੇਰੇ ਸਰੀਰ ਨੂੰ ਦੁੱਖ ਵੀ ਲੱਗ ਜਾਵੇ, ਇਤਨਾ ਦੁਖੀ ਵੀ ਹੋ ਜਾਵਾਂ, ਸਰੀਰ ਦੀਆਂ ਕਿਰਿਆਵਾਂ ਆਪ ਨਾ ਕਰ ਸਕਦਾ ਹੋਵਾਂ, ਪਰੰਤੂ ਫਿਰ ਵੀ ਪਰਮਾਤਮਾ ਮੇਰੀ ਜ਼ਬਾਨ ਨਾ ਚੱਲਦੀ ਹੋਵੇ, ਫਿਰ ਵੀ ਮੈਂ ਆਤਮਾ ਦੇ ਨਾਲ ਤੇਰਾ ਨਾਮ ਜਪਾਂ। ਜੇ ਦੇਹ ਦੁਖ ਲਾਈ ਹੈ, ਪਾਪ ਗਿਰਾ ਦੋਇ ਰਾਹ, ਰਤ ਪੀਨੇ ਰਾਜੇ ਸਿਰੇ ਉੱਪਰ ਰੱਖੀਐ, ਐਵੇਂ ਜਾਪੇ ਭਾਉ ਪੀ ਤੂੰ ਹੈ ਸਾਲਾਹਨਾ, ਆਖਣ ਲਹੇ ਨਾ। ਚਲੋ ਇੱਕ ਪ੍ਰਮਾਣ ਤੁਹਾਨੂੰ ਬੜਾ ਪਿਆਰਾ ਆਪ ਜੀ ਸਾਰਿਆਂ ਨੂੰ ਯਾਦ ਹੋਏਗਾ। ਮਹਾਰਾਜ ਕਹਿੰਦੇ ਆ, ਮੇਰਾ ਘਰ ਮੋਤੀ ਤਾਂ ਮੰਦਰ ਉਸਰੈ ਬਣ ਜਾਵੇ, ਮੋਤੀ ਤਾਂ ਮੰਦਰ ਉਸਰੈ, ਰਤਨੀਤਾ ਹੋਏ ਜੜਾਊ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ, ਮਤ ਦੇਖ ਭੂਲਾ। ਹੁਣ ਭੁੱਲਾ ਸ਼ਬਦ ਕਿਹਦੇ ਵਾਸਤੇ ਹੈ? ਰੱਬ ਵਾਸਤੇ ਹੈ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ, ਤੇਰਾ ਚਿੱਤ ਨਾ ਆਵੇ ਨਾ, ਇਹਨਾਂ ਨੂੰ ਦੇਖ ਕੇ ਮੈਂ ਕਿਤੇ ਭੁੱਲ ਨਾ ਜਾਵਾਂ, ਤੇਰਾ ਚਿੱਤ ਨਾ ਆਵੇ ਨਾ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਕੱਲੇ ਬੈਠ ਕੇ ਪਰਮਾਤਮਾ ਦੇ ਨਾਲ ਜੁੜਿਆ, ਉਹਨਾਂ ਦੇ ਅੰਦਰੋਂ ਬਾਣੀ ਹੈ। ਇੱਕ ਪ੍ਰਮਾਣ ਹੋਰ, ਭਗਤ ਰਵਿਦਾਸ ਜੀ ਕਹਿੰਦੇ ਆ, ਹਮਸਰ ਦੀਨ, ਜਦੋਂ ਨਾ ਚਮੜੇ ਨਾਲ ਆਪਣੇ ਉਹ ਜੁੱਤੀਆਂ ਗੰਢ ਰਹੇ ਆ ਤੇ ਇਕੱਲੇ ਬੈਠੇ ਆ ਛੰਨ ਵਿੱਚ, ਕੋਈ ਆਇਆ ਨਹੀਂ ਜੁੱਤੀ ਕਢਾਉਣ ਵਾਸਤੇ, ਤੇ ਭਗਤ ਜੀ ਕਹਿੰਦੇ ਮੌਕਾ ਮਿਲਿਆ, ਰੱਬ ਦਾ ਨਾਂ ਲੈ ਲਈਏ। ਕਹਿੰਦੇ ਹੁਣ ਇਕੱਲੇ ਬੈਠੇ ਤੇ ਕਹਿ ਰਹੇ, ਹਮਸਰ ਦੀਨ ਦਇਆਲ ਨਾ ਤੁਮ ਸਰ। ਹੁਣ ਤੁਮ ਕਿਹਨੂੰ ਕਿਹਾ ਮਹਾਰਾਜ ਨੇ? ਵੀ ਰੱਬ ਨੂੰ ਕਿਹਾ ਨਾ, ਅੱਗੇ ਸੰਗਤ ਨਹੀਂ ਹੈਗੀ। ਹਮਸਰ ਦੀਨ ਦਿਆਲ ਨ ਤੁਮ ਸਰ, ਅਪ ਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੇ, ਜਨ ਕਹੋ ਪੂਰਨ ਦੀਜੈ, ਹਉ ਬਲ ਬਲ ਜਾਉ ਰਮਈਆ ਕਾਰਨੇ। ਕਾਰਨ ਕਵਣ ਅਬੋਲ, ਉਹ ਮੇਰੇ ਰੱਬਾ ਮੇਰੇ ਨਾਲ ਗੱਲ ਤਾਂ ਕਰ, ਤੂੰ ਬੋਲਦਾ ਕਿਉਂ ਨਹੀਂ ਮੇਰੇ ਨਾਲ? ਕਾਰਨ ਕਵਣ, ਸੰਗਤ ਨੂੰ ਨਹੀਂ ਕਹਿ ਰਹੇ ਬਾਬਾ ਕਬੀਰ ਰਵਿਦਾਸ ਜੀ, ਰੱਬ ਨੂੰ ਕਹਿ ਰਹੇ ਆ। ਹਮਸਰ ਦੀਨ ਦਿਆਲ ਨ ਤੁਮ ਸਰ, ਅਪ ਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕਹੋ ਪੂਰਨ ਦੀਜੈ, ਹਉ ਬਲ ਬਲ ਜਾਉ ਰਮਈਆ ਕਾਰਨੇ। ਕਾਰਨ ਕਵਣ ਅਬੋਲ, ਤੇ ਕਹਿ ਰਿਹਾ ਬਹੁਤ ਜਨਮ ਵਿਚਰੇ ਥੇ ਮਾਧੋ, ਇਹ ਜਨਮ ਤੁਮਾਰੇ ਬਹੁਤ ਜਨਮ ਵਿਚਰੇ। ਇਹਦਾ ਮਤਲਬ ਪਿਛਲੇ ਜਨਮਾਂ ਦੇ ਵਿੱਚ ਮੈਂ ਬੰਦਗੀ ਨਹੀਂ ਕਰ ਸਕਿਆ। ਮੰਨਣੀ ਪਵੇਗੀ ਗੱਲ। ਅੱਜ ਸਾਡੇ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਪਿਛਲੇ ਜਨਮ ਦੀ ਗੱਲ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ। ਪਰ ਮੈਨੂੰ ਫਿਰ ਵੀ ਕਹਿੰਦੇ ਆਸ ਹੈ, ਯਕੀਨ ਨਹੀਂ ਹੈ, ਆਸ ਹੈ ਮੈਨੂੰ। ਕਹਿ ਰਵਿਦਾਸ ਆਸ ਲਖ ਜੀਵਾਂ, ਚਿਰ ਭਇਓ ਦਰਸ਼ਨ। ਮੈਂ ਫਿਰ ਵੀ ਇਸ ਆਸ ਦੇ ਵਿੱਚ ਜੀਣਾ। ਆਪਾਂ ਸਾਰੇ ਹੀ ਆਸ ਵਿੱਚ ਜੀਨੇ ਪਏ ਆ ਕਿ ਹੇ ਪਰਮਾਤਮਾ, ਜਿੰਨੀ ਕੁ ਸਵਾਸਾਂ ਰੂਪੀ ਪੂੰਜੀ ਦੇਣੀ ਹੈ, ਇਹਨਾਂ ਦੇ ਵਿੱਚ ਹੀ ਕਿਤੇ ਆਪਣਾ ਇੱਕ ਵਾਰ ਝਲਕਾਰਾ ਮੈਨੂੰ ਦੇ ਦੀ। ਯਕੀਨ ਨਹੀਂ ਮੈਂ ਕਰਦਾ ਕਿ ਤੂੰ ਮੈਨੂੰ ਦੇ ਦੇਵੇਂਗਾ, ਪਰ ਮੈਂ ਆਸ ਕਰਦਾ ਕਿ ਤੂੰ ਮੈਨੂੰ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਦੂਜਾ ਜੀ ਬਾਣੀ ਕਦੋਂ ਆਈ, ਜਿਹੜੀ ਬਾਬਾ ਕਬੀਰ ਜੀ ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਬ੍ਰਹਮ ਦੀ ਵਿਚਾਰ ਆਈ ਕਦੋਂ? ਦੂਜਾ ਜੀ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਆਸੇ ਪਾਸੇ ਕਰਮ ਕਾਂਡ ਦੇਖਿਆ ਤੇ ਮਹਾਰਾਜ ਦੇ ਅੰਦਰੋਂ ਬਾਣੀ ਆਈ, ਦਇਆ ਕਪਾ
ਜਨੇਊ ਲੱਗੇ ਸੀ ਨਾ ਪਾਉਣ ਮਹਾਰਾਜ ਨੂੰ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਕਹਿੰਦੇ ਤੂੰ ਪੰਡਤ ਮੈਨੂੰ ਜਨੇਊ ਪਾਉਣ ਲੱਗਾ, ਮੇਰੇ ਕੋਲ ਬਹਿ ਪਹਿਲਾਂ। ਕਹਿੰਦੇ ਹਾਂ ਬੈਠ ਗਿਆ। ਕਹਿੰਦੇ ਜੇ ਤੇਰੇ ਜਨੇਊ ਦੇ ਵਿੱਚ 4 ਗੁਣ ਹੈਗੇ ਆ ਤੇ ਲਿਆ, ਮੈਂ ਪਾਉਣ ਨੂੰ ਤਿਆਰ ਹਾਂ। ਕਹਿੰਦੇ ਕਿਹੜੇ ਗੁਣ? ਪਹਿਲਾ ਕਹਿੰਦੇ ਦਇਆ ਕਪਾਹ, ਕਿ ਇਹਦੇ ਅੰਦਰ ਕਹਿੰਦੇ ਦਇਆ ਹੈਗੀ ਹੈ। ਤੇ ਮੈਂ ਇੱਕ ਇੱਥੇ ਬੇਨਤੀ ਕਰਾਂ, ਜੇ ਸਿੱਖਾ ਸ੍ਰੀ ਸਾਹਿਬ ਪਾ ਕੇ ਵੀ ਤੇਰੇ ਅੰਦਰ ਦਇਆ ਨਹੀਂ ਨਾ ਆਈ ਤੇ ਮਾਫ ਕਰਨਾ, ਗੁਰੂ ਨਾਨਕ ਤੈਨੂੰ ਵੀ ਕਹਿ ਰਹੇ ਆ, ਮੈਨੂੰ ਵੀ ਨਾਲ ਲੈ ਲਿਓ। ਦਇਆ ਕਪਾਹ ਸੰਤੋਖ ਸੂਤ, ਦੂਸਰਾ ਗੁਣ ਸੰਤੋਖ। ਜਤ, ਤੀਸਰਾ ਗੁਣ ਹੈ ਜਤ। ਜਤ ਦਾ ਅਖਰੀ ਅਰਥ ਮੈਂ ਪਿਛਲੇ ਸਾਲ ਵੀ ਤੁਹਾਡੇ ਇੱਥੇ ਆਇਆ ਸੀਗਾ, ਇਹਨਾਂ ਦਿਨਾਂ 'ਚ ਬੇਨਤੀ ਕਰ ਗਿਆ ਸੀ। ਜਤ ਦੀ ਪਰਿਭਾਸ਼ਾ ਮੈਂ ਦਿੰਦਾ ਹੁੰਨਾ, ਦੇਖ ਪਰਾਈਆਂ ਚੰਗੀਆਂ। ਇਹ ਬੜੀਆਂ ਚੰਗੀਆਂ ਮੇਰੀਆਂ ਧੀਆਂ, ਪਰ ਮਹਾਰਾਜ ਕਹਿੰਦੇ ਇਹਨਾਂ 'ਚੋਂ 3 ਚੀਜ਼ਾਂ ਦੇਖ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ, ਘਰ ਵਾਲੀ ਤੇਰੀ ਤੇਰੇ ਘਰ ਬੈਠੀ ਹੋਈ ਹੈ। ਦੇਖ ਪਰਾਈਆਂ ਜਤ ਇਹ ਹੈ ਜੀ ਆਪਣੀਆਂ ਇੰਦਰੀਆਂ ਤੇ ਕਾਬੂ ਪਾਉਣਾ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਆਜ ਮਿਲਾਵਾਂ ਸ਼ੇਖ ਫਰੀਦ। ਤੈਨੂੰ ਰੱਬ ਅੱਜ ਹੀ ਮਿਲ ਜਾਵੇਗਾ। ਆਜ ਮਿਲਾਵਾਂ ਸ਼ੇਖ ਫਰੀਦ। ਟਾਕਮ ਕੁੰਜੜੀਆਂ, ਟਾਕਮ ਕੁੰਜੜੀਆਂ, ਇਹਨਾਂ ਇੰਦਰੀਆਂ ਨੂੰ ਕਾਬੂ ਕਰ। ਕਿਉਂ ਜੀ? ਮਨੋ ਮਚਿੰਦੜੀਆਂ, ਇਹਨਾਂ ਨੇ ਤੇਰੇ ਅੰਦਰ ਅੱਗ ਲਾਈ ਹੋਈ। ਕਹਿੰਦੇ ਅੱਜ ਮਲਾਮਾ ਸ਼ੇਖ, ਤੈਨੂੰ ਰੱਬ ਅੱਜ ਹੀ ਮਿਲ ਜਾਵੇਗਾ ਜੇ ਇਹਨਾਂ ਨੂੰ ਕਾਬੂ ਕਰ ਲੇਗਾ। ਜਤ ਦਾ ਅਖਰੀ ਅਰਥ ਹੈ ਇੰਦਰੀਆਂ ਤੇ ਕਾਬੂ ਪਾਉਣਾ। ਔਰ ਤੁਸੀਂ ਸਾਰੇ ਜਪਜੀ ਸਾਹਿਬ ਪੜ੍ਹਨ ਵਾਲੇ ਬੈਠੇ ਹੋ। ਇਸ ਵਾਰੀ ਆਸਟ੍ਰੇਲੀਆ ਦੀ ਧਰਤੀ ਤੇ ਜਾਣ ਦਾ ਮੌਕਾ ਮਿਲਿਆ। ਤੁਹਾਡੇ ਇੱਥੇ ਆਉਣ ਤੋਂ ਪਹਿਲਾਂ ਵਿਸਾਖੀ ਮੇਰੀ ਉੱਥੇ ਸੀਗੀ ਤੇ ਗੁਰਦੁਆਰਾ ਸਾਹਿਬ ਨੇ ਹੁਕਮ ਕੀਤਾ, ਕਹਿੰਦੇ ਭਾਈ ਸਾਹਿਬ ਜੀ ਖੰਡੇ ਬਾਟੇ ਦੀ ਪੌਲ ਤਿਆਰ ਹੋਣੀ ਹੈ ਤੇ 1 ਹਫ਼ਤਾ ਤੁਸੀਂ ਇਹੋ ਹੀ ਗੱਲ ਕਰਨੀ ਹੈ। ਤੇ ਉੱਥੇ ਫਿਰ ਦਾਸ ਨੇ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ 38ਵੀਂ ਪੌੜੀ ਜਤ ਪਹਾਰਾ 7 ਦਿਨ ਉੱਤੇ ਵਿਚਾਰ ਕੀਤੀ ਹੈ ਜੀ। 7 ਗੁਣ ਹੈ ਉਹਦੇ ਵਿੱਚ ਸਿੱਖ ਦੇ। ਜਤ ਪਹਾਰਾ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਪਉ ਖਲਾ ਅਗਨ ਤਪਤਾਓ ਭਾਂਡਾ ਪਉ ਅੰਮ੍ਰਿਤ ਦੇ ਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ। ਇਹ 'ਚ 7 ਗੁਣ ਹੈ ਜੀ ਸਿੱਖ ਦੇ, ਜਿਸ ਨੂੰ ਗੁਰੂ ਨਾਨਕ ਦੇਵ ਜੀ ਪਹਿਲੀ ਪੌੜੀ ਵਿੱਚ ਕਹਿ ਰਿਹਾ ਕਿਵ ਸਚਿਆਰਾ ਹੋਈ ਹੈ। ਉਹ ਸਚਿਆਰ ਦੇ 7 ਗੁਣ ਇਹਦੇ ਵਿੱਚ ਆ, ਮਹਾਰਾਜ ਨੇ ਰੱਖੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ। ਮਹਾਰਾਜ ਕਹਿੰਦੇ ਤੇਰੀ ਪਾਲ ਟੁੱਟ ਜਾਵੇਗੀ ਜੇ ਤੂੰ ਆਹ 7 ਗੁਣ ਕਰੇਗਾ। ਜਤ, ਜਤ ਦਾ ਅਖਰੀ ਅਰਥ ਹੈ ਇੰਦਰੀਆਂ ਤੇ ਕਾਬੂ ਪਾਉਣਾ। ਪਹਾਰਾ ਇਹਦੀ ਦੁਕਾਨ ਬਣਾ। ਦੂਜਾ ਧੀਰਜ, ਜਤ ਪਹਾਰਾ ਧੀਰਜ ਸੁਨਿਆਰ। ਤੀਜਾ ਅਹਰਣ ਮਤ, ਜਿੱਦਾਂ ਲੋਹਾਰ ਦੇ ਕੋਲ ਹੁੰਦੀ ਨਾ ਚੌਰਸੀ, ਉਹ ਉੱਤੇ ਠੋਕ ਠੋਕ ਕੇ ਦਾਤੀਆਂ ਰੰਬੇ ਤਿੱਖੇ ਕਰਦਾ, ਤੇ ਉਹ ਇਹ ਨਹੀਂ ਕਹਿੰਦੀ ਕਿ ਜਾ ਮੈਨੂੰ ਸਾਰਾ ਦਿਨ ਤੂੰ ਬੜਾ ਜ ਕੁੱਟਿਆ, ਕੱਲ ਨੂੰ ਮੈਂ ਤੇਰੀ ਦੁਕਾਨ ਤੇ ਨਹੀਂ ਆਉਣਾ। ਉੱਥੇ ਟਿਕੀ ਹੋਈ ਹੈ। ਜੇ ਤੇਰੇ ਜੇ ਦੁੱਖ ਦੇਹ ਤਾਂ ਤੁਝੇ ਅਰਾਧੀ। ਜੇ ਤੇਰੇ ਘਰ 'ਚ ਸਿੱਖਾ ਦੁੱਖ ਵੀ ਆ ਜਾਵੇ ਤਾਂ ਵੀ ਇਹਦੇ ਕੋਲ ਆ ਜਾ, ਜੇ ਸੁੱਖ ਵੀ ਆ ਜਾਵੇ ਤਾਂ ਵੀ। ਇਹ ਨਹੀਂ ਕਿ ਦੁੱਖ ਆ ਗਿਆ ਤੇ ਮੈਂ ਚੱਲ ਗਿਆ ਕਿਤੇ ਹੋਰ ਪਾਸੇ, ਤੇ ਜੇ ਚੱਲ ਵੀ ਜਾਵੇਗਾ ਇਹਦਾ ਕੀ ਘਟ ਜਾਣਾ। ਮਾਫ ਕਰਨਾ ਮੈਂ ਜਿਹੜੀ ਗੱਲ ਕਹਿ ਰਿਹਾ। ਮਹਾਰਾਜ ਕਹਿੰਦੇ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ। ਤੇਰੀ ਮਤ ਉਸ ਅਹਰਣ ਵਾਂਗੂ ਹੋਵੇ, ਮਤ ਟਿਕੀ ਹੋਵੇ, ਤੇਰੇ ਅੰਦਰ ਸਹਿਜ ਹੋਵੇ। ਅਹਰਣ ਮਤ ਵੇਦ ਹਥਿਆਰ, ਤੇ ਤੇਰੇ ਕੋਲ ਗਿਆਨ ਦਾ ਹਥਿਆਰ ਹੋਵੇ। ਜੇ ਕੋਈ ਤੈਨੂੰ ਸਵਾਲ ਕਰੇ ਤੇਰੇ ਕੋਲ ਗਿਆਨ ਹੋਵੇ। ਹਾਂ, ਇਹ ਨਾ ਹੋਵੇ ਕਿ ਗਿਆਨ ਦੇ ਨਾਲ ਕਿਸੇ ਦੀ ਹੇਠੀ ਕਰਨੀ ਹੋਵੇ। ਅਗਲਾ ਦੇਖ ਲਵੀਂ ਕਿ ਮੇਰੇ ਗਿਆਨ ਦੇ ਬਰਾਬਰ ਹੈ ਜਾਂ ਨਹੀਂ ਹੈ ਤੇ ਫੇਰ ਨਹੀਂ। ਮਹਾਰਾਜ ਕਹਿੰਦੇ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾ। ਭਾਉ ਪਰਮਾਤਮਾ ਦਾ ਤੇਰੇ ਅੰਦਰ ਨਿਰਮਲ ਡਰ ਹੋਣਾ ਚਾਹੀਦਾ। ਪਾਓ ਖਲਾ ਅਗਨ ਤਪਤਾਓ। ਅਗਨ ਤਪਤਾਓ ਸੇਵਾ ਤੇਰੀ ਜਿਹੜੀ ਹੈ ਉਹ ਅੱਗ ਦੇ ਵਾਂਗੂ ਭਾਂਬੜ ਤੇਰੇ ਅੰਦਰ ਸੇਵਾ ਦਾ ਮਚਦਾ ਹੋਵੇ। ਅਗਨ ਤਪਤਾਓ। ਤੇ ਫਿਰ ਮਹਾਰਾਜ ਕਹਿੰਦੇ ਆ ਭਾਂਡਾ ਭਾਓ। ਹੁਣ ਇੱਥੇ ਭੱਬੇ ਲੱਗਿਆ ਕੰਨਾ, ਤੇਰੇ ਸਰੀਰ ਦੇ ਅੰਦਰ ਪਿਆਰ ਪੈਦਾ ਹੋਵੇ। 7 ਗੁਣ ਹੋ ਗਏ ਨਾ। ਭਾਂਡਾ ਭਾਓ, ਫਿਰ ਅੰਮ੍ਰਿਤ ਢਾਲ, ਉਹਦੇ ਵਿੱਚ ਆ ਕੇ ਅੰਮ੍ਰਿਤ ਜਿਹੜਾ ਉਹ ਟਿਕੇਗਾ। ਮਹਾਰਾਜ ਕਹਿੰਦੇ ਅਦਰਵਾਈਜ਼ ਨਹੀਂ ਕਹਿੰਦੇ। ਮੈਂ ਬੇਨਤੀ ਕਰ ਰਿਹਾ ਸੀਗਾ ਕਿਹੜੇ ਵੇਲੇ ਸੀ ਮਹਾਰਾਜ ਨੂੰ ਬਾਣੀ ਆਈ। ਪਹਿਲਾ ਵੇਲਾ ਸੀ ਜਦੋਂ ਪਰਮਾਤਮਾ ਦੀ ਵਜ਼ਤ ਦੇ ਵਿੱਚ, ਉਹਦੇ ਪਿਆਰ ਦੇ ਵਿੱਚ ਬਾਣੀਕਾਰ ਇਕੱਲੇ ਬੈਠੇ ਆ, ਉਹਨਾਂ ਨੂੰ ਗਾਇਆ, ਉਹਨਾਂ ਦੇ ਅੰਦਰੋਂ ਬਾਣੀ ਆਈ। ਦੂਸਰਾ ਜੀ, ਜਦੋਂ ਉਹਨਾਂ ਨੇ ਆਪਣੇ ਆਸੇ-ਪਾਸੇ ਕਰਮ ਕਾਂਡ ਦੇਖਿਆ, ਜਿਹਨੂੰ ਮਹਾਰਾਜ ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ 7 ਵੱਟ, ਜਿਹੜੇ ਉਹਨੂੰ ਵੱਟ ਪਾਏ ਆ ਇਹਦੇ ਉੱਚੇ ਆਚਰਣ ਦੇ ਹੋਣੇ ਚਾਹੀਦੇ ਆ। ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ। ਸਿੱਖਾ ਅੰਮ੍ਰਿਤ ਛਕ ਕੇ ਜੇ ਤੇਰਾ ਆਚਰਣ ਹੀ ਨਾ ਬਣਿਆ, ਮੇਰੀਆਂ ਧੀਆਂ ਤੇ ਭੈਣਾਂ ਬੈਠੀਆਂ, ਮੈਂ ਗੱਲ ਖੋਲ ਦਿਆਂ।
एक कछहरा पाउण का मतलब ही ये सीगा भी तू जती होवे, सती होवे तू। एक कछहरे का मतलब ही ये सा संगत जी। महाराज कहते हैं कि तेरा उच्चा आचरण, दया कपा संतोख सूत, जत गंडी सत वट, एहो जनेऊ जी का है ही। तो पांडे जे ये 4 गुण है तो मेरे को लिया। जो महाराज ने देखे अपने आसे पासे कर्मकांड, महाराज नूं कहना पिया सोचे सोच ना होवी। ये 4 महाराज ने जपजी साहब की पहली पौड़ी में 4 कर्म कांडां रद्द किया। जपजी साहब की शुरुआत ही कर्म कांडां की हेठी ते हो रही है, कर्म कांडां नूं रद्द करते हो भी है। सोचे सोच, पढ़ियो मर्जी पंक्ति है, सोचे सोच। एक हुण इत्थे रुक जाओ, नन्ने नूं कन्ना नहीं लगा, असीं ना कहने पे हैं। और जपजी साहब दे विच 2 वारी सिर्फ नन्ने नूं कन्ना लगा। इन्नी उम्र होगी साड़ी, माफ करना मैं तुहानूं कोई लैसन दे नहीं आ रहा, सिर्फ मैं जी बेनती करना चाहुंदा, सब तो जरूरी हर सिख दे वास्ते संथ्या लैनी है। जे तुसीं संथ्या नहीं लई ना, सब तो जरूरी है जिस बाणी नूं पढ़दे पे हैं रोजाना, कम से कम सानूं उहदा उचारण ते पता होवे। हुण मैं तुहानूं उचारण करके दसदा, सोचे सोच ना, ना ना नहीं कहना उहनूं, सोचे सोच न होवी। जे सोची लखवार, चुपै चुप न होवी। जे लाए रहा लिवतार, अही रहा कह दिंदे हैं, उत्ते लाती बिंदी। जे लाए रहा लिवतार, भुखियां भुख न उतरी। जे बन्नह पुरिया भार, सहस सियानपा लख होए। अगे की है फिर ता नहीं कहना, ता एक तत्ता कला लगा होया, ता एक न चले नाल। आ चीज़ है जी कि सचियारा हुई है कि कूड़े। मेरी बेनती है संथ्या जरूर जानी कि तुसी लो बाणी दी, कम से कम ज़्यादा नहीं ना। जे तुसी जपजी साहब की संथ्या कली लै जांदे हो ना, तो तुहानूं काफ़ी बाणी तुहाडी शुद्ध हो जानी है। महाराज कहंदे तीर्थां ते नहाउण दा कोई फायदा नहीं, कहंदे जे तेरे अंदर कहंदे मैल है, कहंदे मौन रखण दा कोई फायदा नहीं गा जे तेरा मन नहीं अंदरों कहते टिकिया। जुबान ही कली बंद की है, अंदरों तो मनुआ दौड़ता पिया। चुप्पे चुप ना होवी। महाराज कहते चुप्पे चुप रहन का कोई मतलब नहीं हैगा। भुखिया भुख ना उतरी, कहते तू वर्त रखिया, वर्त रखण दे नाल नहीं गल बानी, तेरे मन दे विच ते कई तरह के पदार्थ कहते चलते पे आ। फिर महाराज कहते सहस सियानपा लख होए, लख होए। महाराज कहते हजारां तेरियां सियानपा नहीं कम आउणियां तेरे। महाराज ने पहले 4 जिहड़े कर्म कांड है जपजी साहब की पहली पौड़ी में, जदों महाराज ने कर्म कांड देखे, महाराज के अंदरों बाणी आई। तीसरा जी बाणी आउण दा, जदों कोई ना सड़िया होया बलिया होया गुरु नानक दे कोल आया, कहंदा मेरा अंदर तप रिहा। उत्थे फिर महाराज कहते पता तेरे अंदर अग क्यों लगी हुई है? जियो तपत है बारो बार। बाणी आई अंदरों, जियो तपत है बारो बार, तप तप खपे बहुत बेकार। जैतन बाणी बिसर विसर जाए, ज्यों पक्का रोगी, ज्यों पक्का रोगी। बिललाए तेरे हालात कहंदे ये तां बने है क्योंकि तेरे अंदर कहंदे बाणी नहीं है। तू बाणी तो कहंदे वांझा, मैं बाणी तो कहंदे टुटियां होइयां। जियो तपत है बारो बार, तप तप खपे बहुत बेकार। जैतन बाणी विसर जाए, ज्यों पक्का रोगी। बिल लाए पक्का रोगी, जिहदा कोड़ दा रोगी जिहड़ा ना वो ला इलाज है, वो बिल आंदा पिया। तेरे ये हालात है। ते चौथा तरीका बाणी दा की सीगा जी आउण दा, जदों किसे मेरे वर्गे मूर्ख ने आके गुरु नानक नूं सवाल किया, मेरे वर्गे ने आके सवाल किया, क्योंकि गुरु ग्रंथ साहब जी महाराज सवाल ते जवाब भी विच बहुत है। महाराज नूं आके सवाल किया, सवाल ये किया कि मैनूं दस्सिया जावे कि मैं परमात्मा नूं किदां प्राप्त कर लवांगा, जिहदी आपां गल कीती सी सच की प्राप्ति किदां होनी है। जदों आके सवाल किया ते फिर वो कहंदा ए मन तैकू डेवसा, मन मैं तेनू दे देना, मार्ग देहो बताए जियो, हूँ आया दूरों चल के, तक्की तो सरनाए जियो, मैं आशा रखी चित्त में, मेरा सबो दुख गवाए जियो। उत्थे फिर महाराज कहंदे त्यागे मन की मतड़ी,
आ तरीका है परमात्मा के रस्ते चलन का। त्यागे मन की मतड़ी विसारे दूजा भौ जियो, विसारे दूजा भौ जियो। इऊं पावे हर दरसावड़ा, इऊं पावे हर, तू ਉਹਦੇ रस्ते ते कहते चल पवेगा। गुरु अर्जन देव जी महाराज का शब्द है गुणवंती, जो दिसे गुरु सिखड़ा तिस निव निव लागू पाए जी। ਉਹ ਚ पंक्ति आउंदी है, त्यागे मन की मतड़ी। महाराज कहते गुर की मत तू लेह इयाने भगत बिना बो। मैं तुहानू एक ना गल सुना ही दियां। दास ना एक विआह ते गया, ते विआह सीगा रिश्तेदारां दा। ਹੁਣ ਰਿਸ਼ਤੇਦਾਰਾਂ ਦੇ ਕੁਛ ਐਸੇ ਵਿਆਹ ਹੁੰਦੇ ਆ ਜਿੱਥੇ ਉਹ ਤੁਹਾਨੂੰ ਨਾ ਬੰਨ ਕੇ ਬਿਠਾ ਦਿੰਦੇ ਆ। ਸਾਡੀ ਵੀ ਪ੍ਰਚਾਰਕਾਂ ਦੀ ਮਜਬੂਰੀ ਹੋ ਜਾਂਦੀ ਹੈ। ਤੇ ਮੈਂ ਸਿੰਘਣੀ ਨੂੰ ਨਾਲ ਲੈ ਕੇ ਇੱਕ ਪਾਸੇ ਕੁਰਸੀ ਸੀਗੀ, ਟੇਬਲ ਜਾ ਕੇ ਬਹਿ ਗਿਆ, ਕਿਉਂਕਿ ਉੱਥੇ ਬੜਾ ਕੁਛ ਚੱਲਦਾ ਪਿਆ ਸੀਗਾ, ਪੁੱਠੇ ਟੰਗੇ ਸੀਗੇ, ਸਾਰਾ ਕੁਛ ਜਾਣੀ ਕਿ ਚੱਲਦਾ ਪਿਆ, ਤੇ ਮਜਬੂਰੀ ਸੀ ਮੇਰੀ ਜਾਣੀ, ਪਰ ਮੈਨੂੰ ਜਾਣਾ ਪਿਆ। ਮੁਸ਼ਕ ਉੱਥੇ ਬਹੁਤ ਆ ਰਹੀ ਸੀ, ਪਰ ਤੁਹਾਨੂੰ ਦੱਸੀ ਗੱਲ ਵੀ ਕੁਛ ਐਸੀਆਂ ਗੱਲਾਂ ਹੁੰਦੀਆਂ ਜਿੱਥੇ ਬਹਿਣਾ ਪੈਣ ਜਾ ਕੇ। ਤੇ ਮੇਰੇ ਕੋਲ ਇੱਕ ਆਇਆ ਸਰਦਾਰ ਭਾਈ ਸਾਹਿਬ, ਰਿਸ਼ਤੇਦਾਰੀ 'ਚ ਆਇਆ, ਕਹਿੰਦਾ ਭਾਈ ਸਾਹਿਬ ਜੀ ਚਲੋ ਅੰਦਰ ਚਲੀਏ, ਅੰਦਰ ਡੀਜੇ ਸ਼ੁਰੂ ਹੋ ਗਏ ਆ ਤੇ ਨੱਚ ਟੱਪ ਲਈਏ। ਮੈਂ ਕਿਹਾ ਤੇਰਾ ਭਲਾ ਹੋ ਜੇ, ਚੋਲਾ ਪਾਇਆ ਤੇ ਤੈਨੂੰ ਇਹ ਗੱਲ ਕਹਿੰਦਿਆਂ ਕੋਈ ਸਮਝ ਨਹੀਂ ਆਈ ਵੀ ਅੰਦਰ ਨੱਚ ਲਈਏ। ਕਹਿੰਦਾ ਬਾਣੀ ਕਹਿੰਦੀ ਨਹੀਂ ਨੱਚਣ ਕੁੱਦਣ ਮਨ ਕਾ ਚਾਓ। ਉਹ ਤੇਰਾ ਭਲਾ ਹੋ ਜੇ। ਮੈਂ ਕਿਹਾ, ਕਹਿੰਦਾ ਬਾਣੀ ਕਹਿੰਦੀ ਪਈ ਹੈ ਨੱਚਣ ਕੁੱਦਣ ਮਨ ਕਾ ਚਾਓ। ਮੈਂ ਕਿਹਾ ਇਹ ਤੇਰੇ ਪਿਓ ਦਾ ਚਾਓ ਨਹੀਂਗਾ, ਤੇਰੇ ਆਪਣੇ ਮਨ ਦਾ ਚਾਓ ਹੈ। प्यो तेरा कह रहा त्यागे मन की मतड़ी। देखो असी मैं क्या तेरा प्यो कह रहा नच नच टप्पे बहुत दुख पावे, नचिया टप्पिया भगत ना नहीं होनी। सिख का नचना, सिख ते कमाल की गल। फिर कहते जी साडा सभ्याचार जी, चलो ठीक है तुसी सभ्याचार नाल जुड़ लो, जिहड़ा आ सभ्याचार इचों निकलदा उहनूं ना तुसी ਉਹਦੇ ਨਾਲ जुड़ गए मान लिया, ਤੇ लेकिन ਜਿਹੜਾ ਇਹਦੇ ਚੋਂ ਸੱਭਿਆਚਾਰ ਨਿਕਲਦਾ ਪਿਆ ਵਾ ਉਹਦੇ ਨਾਲ ਨਹੀਂ ਅਸੀਂ। ਮੈਂ ਕਿਹਾ ਬਾਣੀ ਕਹਿ ਰਹੀ ਆ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ, ਨੱਚਿਆਂ ਟੱਪਿਆਂ ਭਗਤ ਨਾ ਹੋਈ। ਮਹਾਰਾਜ ਮੈਂ ਕਿਹਾ ਬਾਣੀ ਕਹਿੰਦੀ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਉ ਜਿਓ, ਇਉਂ ਪਾਵੇਂ ਹਰ ਦਰਸਾਵੜਾ ਨਹਿ ਲੱਗੇ ਤਤੀ, ਨਹਿ ਲੱਗੇ ਤਤੀ ਵਉ ਜਿਓ। ਇਹ ਚਾਰ ਹਨ। ਤੇ ਬਾਬਾ ਕਬੀਰ ਜੀ ਕਹਿੰਦੇ ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉ ਕਾਸੀ ਉਪਦੇਸ਼ ਹੋਏ ਮਨ ਸਮਰਤੀ बार। फिर अगे कहते कोई गावे, बड़ा ध्यान नाल सुनियो, कोई गावे अवल अल्लाह नूर उपाया कुदरत के सब कोई गावे। सिख नहीं कला, मुसलमान भी आ जाए, ईसाई भी आ जाए, मुसाई भी आ जाए, कोई गावे। अवल सब मैं जोत जोत है तिस दे चानन। एक मैं होर बेनती करा इत्थे, इस बाणी नूं बेशक उस समय दे लोकां दे वल्लों बनाई हुई जात वर्ण वंड विच शूदर जात वालियां ने भी गाया। परमात्मा उन्होंने भी उन्होंने सत्कार दिता। मैं तुहानूं प्रमाण दियां, भगत नामदेव जी ने सुनिया कि पंडित जिहड़े आ वो मंदिर दे विच रब दा नाम लै रहे आ। हस्त खेल तेरे दिहरे आया, ठीक है जी। भगत करत नामा पकर उठाया, उन्होंने चक के बाहर कढ़ता। ते भगत नामदेव जी कहते ऐदा नहीं कढ़िया, देखो किद्दां कढ़िया, सूद सूद कर मार उठायो। तीन तरीके नाल साध संगत जी। जदों नामदेव जी मंदिर विच गए, ब्राह्मणां ने कहता शूदर आ गया, शूदर आ गया, शूदर आ गया, जबान दे नाल। सूद सूद शूदर शूदर कर, कर दा खरी अर्थ है बांह दे नाल। बांह ना उन्होंने मोढे ना फड़िया, मोढे फड़िया, सूद सूद कर, बांह तो लगे फड़न ते कहता मैं नहीं जाना। फिर मार उठायो, फिर लत्तां मार के उन्होंने बाहर कढ़िया गया। ध्यान दिओ गल वल, ये भगत नामदेव जी दी बाणी सानूं दसदी पई आ। सूद सूद कर मार उठायो, कहा करूं बाप बीठुला, मुए हुए जो मुक्त दिओगे मुक्त ना जाने कोई। रब्बा मरण तो बाद जे देनी मुक्ति ते मेरी वो किस काम है भी। गुरु ग्रंथ साहब जी कहते हैं मुक्ति सिक्खा प्रभ की आज्ञा आत्म हितावै। अगे की है सुखमनी साहब है, बोलिया करो फटाफट तुसी। प्रभ की आज्ञा आत्म हितावे जीवन मुक्त सो कहावे। जींदियां जी मुक्ति उन्होंने लैनी है। मैं बेनती कर रहा भगत नामदेव जी कहते सूद सूद कर मार उठायो, कहा करूं बाप बीठुला, मुए हुए जो मुक्त दियोगे मुक्त ना जाने कोई ला। ये पंडिया मोको ढेड़ कहत है। ढेड़ रूड़ी ते पई हुई गंदी चीज। पिंडां दा साडा
पुरातन शब्द है पिंडा दा। ये पंडिया मोकू ढेड़ कहत है, तेरी पैज पिछौंडी होएला, कहते मेरा की जाना, तेरी कहते इज्जत घटनी, कहते क्योंकि मैं तेरा नाम जपदा पिया, कहते तेरा मैं नाम जपदा पिया, मेरा कोई नहीं जाना, कहते मैं तो है ही शूद्र, कहते पर तेरी इज्जत घटनी है। फिर की कहते अगे, ज्यों ज्यों नामा हर गुण उचरे, रब ने क्या रब्बा, रब ने क्या नामा, फिक्र ना कर, ज्यों ज्यों नामा हर गुण उचरे, भगत जना को देहरा। फिर रब भी वो पिछे लग गया। रब कहता इन्हों ने कहता जेड़ा देहरे का दीवार है वो बनाया इन्हों ने पूर्व वाले पासे, तू जिथे जाके बैठेगा मैं उधर नूं कहते घूम जावांगा। ज्यों ज्यों नामा हर गुण उचरे, भगत जना को देहरा, भगत जना को देहरा। फिर मैं बेनती कर रहा, कोई गावे, कोई आ जाए ये गुरु ग्रंथ साहिब जी वाहद ऐसे ग्रंथ है जिहदे विच मुसलमान भी बैठा, जिहदे विच ब्राह्मण भी बैठा, जिहदे विच चमार भी बैठा। माफ करना, सिर्फ एक समझाने की खातर भगत रविदास जी वो समझिए शुरू जाता, ये जुलाहा भी बैठा, ये शींबा भी बैठा, ये सतना कसाई भी बैठा, ये उस समय जेड़े जेड़े बाणी नाल जुड़े सी, परमात्मा के नाम नाल जुड़े सी, गुरु नानक ने सारियां नूं इकट्ठियां करके 15 भाषावां दा एक जड़ा मुजस्मा तैयार किया। 15 भाषावां दा, 15 भाषावां दा एक मुजस्मा तैयार किया। उन्हां भाषावां नूं जदों गुरु नानक साहब ने लिखिया जां गुरु अर्जुन देव जी महाराज ने लिखिया, ते उन्हां नूं महाराज ने गुरमुखी लिपि का स्वरूप दिता। बड़े ध्यान नाल सुनो गल हुणे, भाषावां नूं इकट्ठियां कीता, बाणी वक्री वक्री भाषा दे विच, लेकिन महाराज ने उहदा स्वरूप जिहड़ा दिता वो दिता गुरमुखी लिपि जिहड़ी है वो दिती है। जे गुरु नानक देव जी आप फारसी दे विच शब्द उचार रहे हैं, लेकिन उचार रहे फारसी विच, उहदी लिखत हैगी है गुरमुखी विच। महाराज कहंदे यक अर्ज गुप्तम पेश, तो पूरा शब्द फारसी दा, यक यैया ते महाराज ने कक्का पाया, अर्ज एड़ा रारा जज्जा पाया, महाराज ने फारसी लिखी, यक अर्ज गुप्तम पेश तो दरगोश कुन करतार, हक्का कबीर करीम तू बे ए परबदगार, दुनिया मुकामे फानी तहकीक दिलदानी, मम सर मुए अजराइल गिरफ्त है, दिल हेच नादानी जन पिसर पदर बिरादरा कसनेस दस्तंग। सारा शब्द महाराज का जिहड़ा फारसी विच, परंतु महाराज ने जिहड़ी लिपि दी है वो महाराज दी है गुरमुखी लिपि। कहण तो भाव महाराज ने 35 अखरां दे विच, और शायद आप जी नूं याद होवे मैं पिछले साल आपको आया सीगा ते वो जिहड़ी किताब सी मैं लिखी राग आसा महला पहला पट्टी लिखी, वो आप जी नूं दे के गया सीगा, वो आप जी मैं भेंट करके गया सीगा। गुरु साहब की कमेटी राग आसा महला पहला पट्टी लिखी। महाराज ने उन्हां 35 अखरां दे विच जिहड़ी बाणी है ना, जिहड़ा रूप है ना, वो सारा दिता। भगत कबीर जी कह रहा, कोई गावे को सुने, हर नामा चित लाए। आ ध्यान दिओ, हर नामा चित लाए। कहे कबीर संसार नहीं अंत परमगत। भाई साहब ने ना हुक्मनामा लिया तो एक शब्द पढ़िया, धन सो कागद कलम धन, धन भांडा धन मस, धन लिखारी नानका जिन नाम लिखाया। बड़े ध्यान सुनो, ये अर्थ कर लगा मैं। गुरु नानक देव जी महाराज का यह बचन है जी। गुरु नानक देव जी महाराज के समय जेड़े लिखारी सी ना, उन्होंने लिखारियां बारे महाराज की कहते पे है, 9 विसारे नाम नूं भुल चुके है, वेद संभाले, वेदां दे विच गलतान होए है, वेदां दे विच गलतान। एक गुरु नानक साहब का बचन है, 9 विसारे वेद संभाले, बिख भूले लिखारी। बिख विषे ते विकारां दे विच लिखारी, लिखारी सीगे। ते मैं तुहानूं एक होर बेनती करा, आ जिहड़े साडे कोल राग है, गुरु नानक दे आउण तो पहलां राग तां उही है जिहड़ा कोठे ते गाया जांदा। क्यों जी, है तो 7 ही सुरां, 8वीं सुर तां कोई नहीं गी। वो राग कोठे ते गा रहे हैं, नाच नचैया हो रहा, गलत भावना निकल रही है, उसे राग नूं महाराज ने लैके परमात्मा दे नाल जोड़ दिता। गल तां उही है ना, उही लिखारी जिहड़े सीगे, 9 विसारे वेद संभाले, बिख भूले लेखारी। बिख भूले लेखारी, महाराज ने क्या होए लिखारीओ, तुहाडी कलम दे विचों विषे ते विकार निकलते पे है,
आओ तुसी मेरे कोल, मैनू अपनी कलम दिओ, मेरे कोल आके बैठो, इस कलम दे विचों मैं तुहानू रूहानियत दीयां गल्लां, रूहानियत दीयां बातां लिखिए। ते महाराज ने फिर कल्ला लिखारियां नू धन नहीं कहा, महाराज कहंदे धन सो कागज। उस कागज नू भी महाराज ने कहा धन, धन सो कागज, कलम धन, धन भांडा, धन भांडा वो भांडा जिहदे विच स्याही बनाई गई है, धन भांडा धन मस वो स्याही भी धनता दे योग है। धन सो कागज कलम धन, धन भांडा धन मस, धन लिखारी नानका, वो लिखारी भी धनता दे योग है जिन्हें नाम लिखाया। तो गुरु गोबिंद सिंह जी महाराज ने जदों गुरु ग्रंथ साहब की संपूर्णता की है ना, साडा इतिहास कहता जी कि उन्होंने तीरमलिया ने स्वरूप नहीं दिता महाराज नूं, ते फिर महाराज ने मारिया चौंकड़ा, सुरत उन्होंने नौवां पातशाहियां दे चरनां च लाई, ते महाराज ने अपने कंठ तो सारी बाणी उच्चारण की है, जिन्हों भाई मनी सिंह ते बाबा दीप सिंह जी ने लिख दिता। गुरु नानक, गुरु गोबिंद सिंह, गुरु नूं असीं पंज तत्तां दा शरीर नहीं मन सकते, हाँ आए होए आ पंज तत्तां दे विच, लेकिन गुरु ग्रंथ साहब जी कहते हैं बिन सतगुर किने ना पायो, बिन सतगुर किने ना पाया। क्यों? सतगुर विच आप, सतगुर विच आप रखियोन, परमात्मा ने इस पंज तत्तां दे शरीर दे विच अपने आप नूं टिकाया। धन धन रामदास गुर, जिन सिरिया तिने, जिन सिरिया तिने, जिन्हें भेजिया धरती ते उन्हें सवारता, बनाता सी बनाता, जिन सिरिया तिने सवारिया, सिरिया सिरिया मां दे गर्भ च पाया ते पूरा शरीर तैयार किया। धन धन रामदास गुर, जिन सिरिया तिने सवारिया, पूरी हुई करामात। अगली पंक्ति की है, आप सिरजन हारे, वो जिहड़ा सिरजन वाला सी आप आके बह गया भाई जेठा जी विच, गुरु रामदास दे विच। धन धन रामदास गुर, जिन सिरिया तिने सवारिया, पूरी हुई करामात, आप सिरजन हारे धारिया। सिक्खी अते संगति, मत्था किवें टेक रही है? गुरु रामदास करके? बिल्कुल नहीं, पार ब्रह्म कर नमस्कारिया, रब दा रूप जान के उन्होंने मत्था टेकिया, परमात्मा का नाम जान के। इसलिए मैं बेनती करता हुन्ना, वैसे मैं इस इटली या यूरोप के दौरे ते हर गुरुद्वारे बेनती की है, दो चीज़ां तुहानूं उडीकदियां पईयां, बड़े ध्यान नाल सुनियो, बड़ा बेसबरी नाल विदेश वालिओ तुहाडा इंतजार करदियां पईयां। एक है धन धन गुरु रामदास जी महाराज, वो बावां अड्ड के खड़े आ, मेरा सिख कदों अपने कम्मां तो वेला होके आवेगा ते आके मेरे गल नाल लगेगा। एक दूजा तुहानूं उडीकदे पे है बाबा जोरावर सिंह ते बाबा फतेह सिंह। ये दो जगह ते जदों पंजाब दी धरती ते जांदे हो, एक दिन इन्हां दे वास्ते जरूर कड्डिया करो। वैसे तो सारे गुरु अस्थान सत्कारयोग हैगे है, लेकिन बाबा जोरावर सिंह ते बाबा फतेह सिंह नीयां दे विचों तुहानूं आवाज़ मारदे पे है। विदेश की धरती ते रहन वालिओ, जिन्हां दे पिछे ना दे पिछे सिंह ते कौर लगा, जदों भी पंजाब की धरती ते आउंदे हो, तुहानूं पता होना चाहिए फतेहगढ़ दे विचों ही लंघ के जांदे हो, अगे नूं जांदे हो। जरूर तुसी मेरे कोल आके 2-4 मिनट बैठिया करो, ते 2-4 मिनट जो बैठोगे मैं तुहाडे ते बख्शिश करांगा, तुहाडीआं अखां दे विचों बैराग दे आंसू जिहड़े आ ना वो झलकणगे। ये दो चीज़ां, दो अस्थानां ते जरूर सिक्खा जदों भी जाना ना जरूर मत्था टेक के आना, सारे काम छड्ड दे, सब तो पहला गुरु रामदास के चरनां दे विच। आ संगत जी, गुरु रामदास का अस्थान ते ऐसा ना, इस किते अस्थान नूं कोई बेमुख किते खरोंच भी पा देवे ना ते सिख दा हिरदा वलूंदरिया जांदा। तुसीं आ देखो, तुहाडे हेठां जदों मैं आया फ्रैंकफुर्ट भी मैं वीक ला के आया, उत्थे पूरे यानी कि उन्होंने हिस्टरी बनाई हुई है, क्योंकि सिख जदों भी अकाल तख्त नूं ढट्ठे होए नूं देखदा ना, ਉਹਦੇ अंदर एक मनोबल, ਉਹਦੇ ਲਈ एक प्यार, ਉਹਦੇ ਲਈ एक बैराग ਉਹਦੇ अंदर ਜਿਹੜਾ पैदा ਹੁੰਦਾ। खैर मैं ਜਿਹੜੀ ਬੇਨਤੀ कर रहा सी कि गुरु रामदास जी, धन धन रामदास गुर, जिन सिरिया तिने सवारिया, पूरी होई करामात, आप सिरजनहारे धारिया। सिੱਖੀ ਅਤੇ संगति, पार ब्रह्म
कर नमस्कारिया। जदों गुरु रामदास के दरबार ते जांदे हो मत्था टेकिया करो, धन धन रामदास गुर, रखी गरीब दी लाज ते करी ना किसे दा मुथाज, करी ना किसे दा। मैं झोली सिर्फ तेरे अगे अड्डा, बंदियां दे अगे झोली अड्डन नूं मैनू ना बनाई, सिर्फ जे मेरी झोली अड्डे, झोली दा फैलाव होवे ते तेरे अगे होवे, ये मत्था टेकिया करो। खैर भगत कबीर जी कहंदे, कहे कबीर संसा नहीं अंत परमगत पाए। मैं बेनती कर रहा सी गुरु गोबिंद सिंह जी महाराज जो बाणी उचारी ते जेड़ियां कलमां सीगियां, जेड़ी स्याही सी, जेड़े भांडे सीगे, वो महाराज ने फिर उन्हां दा की कीता जी। जदों तुसी जांदे हो दमदमा साहब की धरती ते दमदमा साहब के अंदर दाखल होने तो पहला सज्जे पासे गुरुद्वारा बनिया, गुरुद्वारा लिखनसर बनिया ना, गुरुद्वारा लिखनसर। उस लिखनसर के सरोवर दे विच महाराज ने सारियां जेड़ियां कलमां, सारा जेड़ा भांडे, सारी स्याही जेड़ी वधी सी महाराज ने उत्थे रख दिती, इसे लई सांभ दिती। उस सरोवर च महाराज ने डोब दी, जा कह दी प्रवाह करती। इसे लई बाणी कहंदी है, धन धन सो कागद कलम तन, तन भांडा तन मस, तन लिखारी नानका जिन नाम लिखाया सच। धन धन गुरु गोबिंद सिंह जी महाराज ने फिर उस तो बाद अखंड पाठ साहब रखा गया, हुक्मनामा आया सतगुर आयो टोडी राग, ये हुक्मनामा उत्थे आया सीगा दमदमा साहब की धरती ते जो भोग पे है। सतगुर आयो शरण तुहारी मिले सूख, नाम हर शोभा चिंता लाहे हमारी। धन धन गुरु गोबिंद सिंह जी महाराज ने, गुरु ग्रंथ साहिब जी महाराज ने संपूर्णता की है। संपूर्णता करके महाराज जेड़े है वो दमदमा साहब की, नंदेड़ साहब की धरती नूं उत्थों अगे चाले पे। आपां थोड़ा जिहा बेनती की सी गुरु लाधोरे दिवस के बारे, बाबा मक्खन शाह लुबाणा, थोड़ा जिहा उहदे बारे। इन्हां दे परिवार की शुरुआत हो रही है 1517 तो, जदों धन धन गुरु नानक देव जी महाराज पाकिस्तान दे विचों गुजरात दे विचों लंघदे पे है, ते उत्थे घर एक है बाबा सौण दा घर। ते बाबा सौण दा घर नूं जदों देखिया गुरु नानक देव जी महाराज ने उत्थे अपना अस्थान लगाया, डेरा लगाया। ते जदों डेरा लगाया ते गुरु नानक देव जी ने पूछा, मर्दानिया ये किसका ग्रह है जहाँ 4 धवज झुलते हैं, एक किहदा घर है? ते मर्दाने ने कहा, गुरु नानक देव जी ये बाबा सौण दा घर है। चलो सौण दा घर है ते 4 धवज, एक धवज का मतलब ये हुंदा सी जिहदे घर 1 लाख सोने की मोहर है। दुनी चंद के घर एक सीगा धवज, जिथे गुरु नानक देव जी गए सी, जिथे सूई वाली गल हुई है, उहदे घर एक सीगा धवज, उहदे कोल 1 लाख सोने की मोहर है। ते जिहदे कोल 1 लाख सोने की मोहर होवे उहदे घर 1 धवज, ते उहदे घर 4 सी। इहदा मतलब कि बाबा सौण की अमीरी देखो। ते गुरु नानक देव जी ने उत्थे 4 दिन फिर बैठ के बाणी का प्रवाह चलाया। जदों महाराज जान लगे तो सौण ने लत्तां फड़ लियां, महाराज दे चरण फड़ ले जी। चरण फड़े, कहंदे की होया? कहंदे महाराज जां ते मैनूं अपने नाल ले जा ते जां तू इत्थे रह जा। उत्थे फिर गुरु नानक देव जी ने कहा, कहंदे सौण तू जुड़ गया शरीर दे नाल, शरीर ने पता नहीं किहड़े वेले बिनस जाना, शरीर ने किहड़े वेले खत्म हो जाना, शरीर दे नाल नहीं जोड़ना, जे जोड़ना ते शब्द ना जोड़ना, क्योंकि गुर का बचन बसै जी, बचन दे नाल शब्द दे नाल जोड़ना सिख ने। गुर देखो उत्थों शुरुआत, जिथे आपां आ रहे हैं, जो आपां गल करें उत्थों कहंदे तू शब्द ना जोड़ना। उत्थों गुरु नानक देव जी चले आ ते बाबा सौण तो 1517 तो बाद अगे इन्हां दे परिवार दे विचों बाबा दासा जी होए आ जी, जो बाबा मक्खन शाह लुबाणा जी दे पिता जी। बाबा दासा जी नूं जे तुसीं ये मन लो, अज दा जिहड़ा तुहाडा इलोन मस्क है, इलोन मस्क नाम सुनिया, जिहड़ी टेस्ला कार है उहदा CEO है, बड़ा वड्डा बिजनेसमैन है। जे तुसी बाबा दासा जी नूं अज दे इलोन मस्क, जां चलो आपां सिंपल कह लीए अंडानी ते अंबानियां तो भी वड्डे अमीर, क्योंकि कारण की है, जिहड़ियां जेहलम नदी है, जेहलम दरिया दे नाल जिहड़ियां लूण दीयां खाना, उन्हां दी लंबाई है 230 किलोमीटर, उन्हां दी चौड़ाई है 8 तो 10 किलोमीटर, उन्हां घाटियां दी उचाई है 2000 तो लैके 6000 फुट उच्चियां। वो सारियां लूण दीयां खाना ते बाबा दासा जी दा अपना
अधिकार है। और ये लूण वो लूण नहीं ਜਿਹੜਾ ਲੂਣ ਘਰਾਂ ਵਿੱਚ ਵਰਤਦੇ ਆ, ਇਹ ਲੂਣ ਉਹ ਲੂਣ ਹੈ ਜਿਹੜਾ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਬਰੂਦ ਵਿੱਚ ਇਸਤੇਮਾਲ ਹੁੰਦਾ। ਇਸ ਲੂਣ ਨੂੰ ਸੁਨਹਿਰੀ ਲੂਣ, ਚਿੱਟਾ ਮਾਫ ਕਰਨਾ ਸੁਨਹਿਰੀ ਸੋਨਾ ਤੇ ਇੱਕ ਚਿੱਟਾ ਸੋਨਾ ਵੀ ਉਸ ਵੇਲੇ ਕਿਹਾ ਜਾਂਦਾ ਸੀ। ਇਹ ਲੂਣ ਦੇ ਨਾਲ ਪੋਟਾਸ਼ੀਅਮ ਨਾਈਟ੍ਰੇਟ ਵਰਗੇ ਪਦਾਰਥ ਜਿਹੜੇ ਆ ਉਹ ਨਿਕਲਦੇ ਸੀ ਤੇ ਇਹਨਾਂ ਦਾ ਜਿਹੜਾ ਬਿਜ਼ਨਸ ਹੈ ਜਿਹਲਮ ਦੀਆਂ ਘਾਟੀਆਂ ਤੋਂ ਲੈ ਕੇ ਅਫਰੀਕਾ ਤੱਕ, ਅਫਰੀਕਾ ਤੋਂ ਲੈ ਕੇ ਤੁਹਾਡੇ ਯੂਰਪ ਦੇ ਪੁਰਤਗਾਲ ਤੱਕ ਇਹਨਾਂ ਦਾ ਜਿਹੜਾ ਪੂਰਾ ਬਿਜ਼ਨਸ ਸੀਗਾ ਉਸ ਸਮੇਂ ਚੱਲਦਾ ਸੀਗਾ। ਬਾਬਾ ਦਾਸਾ ਜੀ 1517 ਦੇ ਮਾਫ ਕਰਨਾ ਬਾਬਾ ਦਾਸਾ ਜੀ ਨੂੰ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਮਸੰਦ ਪ੍ਰਥਾ ਜਦੋਂ ਪ੍ਰਣਾਲੀ ਸ਼ੁਰੂ ਕੀਤੀ ਹੈ, ਉਦੋਂ ਬਾਬਾ ਦਾਸਾ ਜੀ ਨੂੰ ਉਹਨਾਂ ਨੇ ਆਪਣਾ ਪ੍ਰਚਾਰਕ ਥਾਪਿਆ ਤੇ ਉਹਨਾਂ ਨੂੰ ਕਿਹਾ, ਕਹਿੰਦੇ ਦਾਸਾ ਜੀ ਜਿੱਥੇ ਤੁਸੀਂ ਆਪਣਾ ਵਪਾਰ ਕਰਦੇ ਹੋ ਉੱਥੇ ਨਾਲ ਨਾਲ ਤੁਸੀਂ ਸਿੱਖੀ ਦਾ ਪ੍ਰਚਾਰ ਵੀ ਕਰੋ। 1589 ਵਿੱਚ 89 ਦੇ ਵਿੱਚ ਬਾਬਾ ਮੱਖਣ ਸ਼ਾਹ ਲਵਾਣਾ ਜੀ ਦਾ ਜਨਮ ਹੋ ਰਿਹਾ ਉਹਨਾਂ ਦੇ ਘਰ ਦੇ ਵਿੱਚ। ਉਸ ਤੋਂ ਬਾਅਦ 94 ਸਾਲ ਦੀ ਉਮਰ ਦੇ ਵਿੱਚ ਬਾਬਾ ਦਾਸਾ ਜੀ ਚੜ੍ਹਾਈ ਕਰ ਰਹੇ ਹੈ ਸਿਆਲਕੋਟ ਦੀ ਧਰਤੀ ਤੇ। ਦੇਖੋ ਇਸ ਘਰ ਨਾਲ ਕਿੰਨਾ ਪਿਆਰ। ਉਸ ਸਮੇਂ ਗੁਰੂ ਹਰਰਾਏ ਸਾਹਿਬ ਜੀ ਨੇ ਉਹਨਾਂ ਦਾ ਦਾਹ ਸੰਸਕਾਰ ਆਪਣੇ ਹੱਥਾਂ ਨਾਲ ਕੀਤਾ, ਦਾਹ ਸੰਸਕਾਰ ਆਪਣੇ ਹੱਥਾਂ ਨਾਲ ਕੀਤਾ। 17 ਸਾਲ ਦੀ ਉਮਰ ਦੇ ਵਿੱਚ ਬਾਬਾ ਦਾਸਾ ਜੀ ਪਹਿਲੀ ਵਾਰ ਆਪਣੇ ਪੁੱਤਰ ਮੱਖਣ ਸ਼ਾਹ ਲਵਾਣਾ ਜੀ ਨੂੰ 1604 ਵਿੱਚ ਗੁਰੂ ਅਰਜਨ ਦੇਵ ਜੀ ਕੋਲ ਲੈ ਕੇ ਉਹਨਾਂ ਦੇ ਦਰਸ਼ਨ ਕਰਾਏ। ਇਹ ਪਰਿਵਾਰ ਕਦੋਂ ਤੋਂ ਸਿੱਖੀ ਦੇ ਨਾਲ ਜੁੜਿਆ ਹੋਇਆ ਔਰ ਸਿੱਖੀ ਨੂੰ ਦੇਣ, ਅੱਗੇ ਆਪਾਂ ਦੇਖਾਂਗੇ ਸਿੱਖੀ ਨੂੰ ਦੇਣ ਪਿਤਾ ਦੇ ਜਾਣ ਤੋਂ ਬਾਅਦ ਮੱਖਣ ਸ਼ਾਹ ਲਵਾਣਾ ਨੇ ਜਿਹੜਾ ਉਹਨਾਂ ਦਾ ਪੂਰਾ ਕਾਰੋਬਾਰ ਸੰਭਿਆ। ਹੁਣ ਅਸੀਂ ਅੱਗੇ ਚੱਲੀਏ ਜਿੱਥੇ ਬੇੜਾ ਫਸਿਆ, ਨਿਕਲ ਗਿਆ ਬੇੜਾ, ਅਰਦਾਸ ਕੀਤੀ ਨਿਕਲ ਗਿਆ। ਹੁਣ ਆਪਾਂ ਹੋਰ ਬੇੜੇ ਦੀ ਗੱਲ ਕਰੀਏ। ਸਾਡਾ ਵੀ ਬੇੜਾ ਡੁੱਬਿਆ ਪਿਆ ਹੈ। ਬੜੇ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਮਾਣ ਦਿਆਂਗੇ, ਆਪਣੇ ਕੋਲੋਂ ਕੁਛ ਨਹੀਂ, ਬਸ ਵਿਆਖਿਆ ਕਰਨੀ ਹੈ, ਥੋੜੇ ਸ਼ਬਦ ਕਰੜੇ ਵਰਤ ਗਿਆ। ਸਾਡਾ ਵੀ ਬੇੜਾ ਡੁੱਬਿਆ ਪਿਆ। ਔਰ ਮਹਾਰਾਜ ਇਹ ਮਹਾਰਾਜ ਜੇ ਉਸ ਬੇੜੇ ਨੂੰ ਪਾਰ ਕਰਦੇ ਆ ਨਾ ਤੇ ਮਹਾਰਾਜ ਸਾਡੇ ਵੀ ਬੇੜੇ ਨੂੰ ਪਾਰ ਕਰਦੇ ਆ। ਉਹ ਮੈਂ ਦੋ ਤਿੰਨ ਪ੍ਰਮਾਣ। ਪਹਿਲਾ ਪ੍ਰਮਾਣ, ਤਿਤ ਸਰਵਰਲੇ ਪਹਿਲੇ ਨਿਵਾਸਾ ਪਾਣੀ ਪਾਵਕ ਪੰਕਜੋ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤੈ। ਗੁਰੂ ਨਾਨਕ ਦੇਵ ਜੀ ਕਹਿੰਦੇ ਆ ਮੈਂ ਦੇਖਿਆ ਮੇਰਾ ਸਿੱਖ ਜਿਹੜਾ ਮੋਹ ਦੇ ਵਿੱਚ ਫਸਿਆ, ਮੋਹ ਦੇ ਚਿੱਕੜ 'ਚ ਫਸਿਆ, ਅੱਗੇ ਨਹੀਂ ਚੱਲ ਰਿਹਾ, ਡੁੱਬਦਾ ਪਿਆ। ਪਹਿਲਾ ਪ੍ਰਮਾਣ। ਦੂਸਰਾ ਪ੍ਰਮਾਣ, ਭਗਤ ਨਾਮਦੇਵ ਜੀ, ਲੋਭ ਲਹਿਰ ਅਤ ਨੀਜਰ ਬਾਜੇ ਕਾਇਆ ਡੁੱਬੇ, ਕਾਇਆ ਡੁੱਬੇ, ਡੁੱਬਦੇ ਪਏ ਆ। ਭਗਤ ਨਾਮਦੇਵ ਜੀ ਕਹਿ ਰਹੇ, ਮੈਂ ਨਹੀਂ ਕਹਿ ਰਿਹਾ। ਲੋਭ ਲਹਿਰ ਅਤ ਨੀਜਰ ਬਾਜੇ ਕਾਇਆ ਡੂਬੇ ਕੇ ਸੁਬਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ, ਤਾਰ ਲੈ ਬਾਪ ਬੀਠਲਾ। ਹੁਣ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਕਿ ਇਹ ਬੰਦਾ ਡੋਲਦਾ ਕਿਉਂ ਹੈ, ਡੁੱਬਦਾ ਕਿਉਂ ਹੈ? ਗੁਰੂ ਨਾਨਕ ਦੇਵ ਜੀ ਕਹਿੰਦੇ ਹਮ ਡੋਲਤ ਬੇੜੀ, ਅੱਗੇ ਕੀ ਹੈ, ਅੱਗੇ ਕੀ ਹੈ? ਪਾਪ ਭਰੀ। ਆ ਸਾਡਾ ਸਰੀਰ ਜਿਹਨੂੰ ਤੁਸੀਂ ਰੋਜ਼ ਰਾਤ ਨੂੰ ਪੜ੍ਹਦੇ ਹੋ, ਕਾਮ ਕ੍ਰੋਧ ਨਗਰ ਬਹੁ ਸਰੀਰ, ਉੱਪਰ ਤੱਕ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਪੂਰਬ ਲਿਖ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ। ਆ ਚੀਜ਼ ਕਿਉਂ ਡੁੱਬਦੇ ਪਏ ਆ? ਹਮ ਡੋਲਤ ਬੇੜੀ ਪਾਪ ਭਰੀ, ਪਾਪ ਭਰੀ ਹੈ, ਪਾਪਾਂ ਦੇ ਨਾਲ ਭਰੇ ਹੋਏ ਆ ਅਸੀਂ। ਤੇ ਬਾਬਾ ਕਬੀਰ ਜੀ ਕਹਿੰਦੇ ਆ ਜੇ ਤੂੰ ਡੋਲਣਾ ਨਹੀਂ ਚਾਹੁੰਦਾ ਤੇ ਆ ਤੈਨੂੰ ਮੈਂ ਜੋੜਾਂ ਕਿਸੇ ਦੇ ਨਾਲ, ਤੂੰ ਮੇਰੋ ਮੇਰ ਪਰਬ ਸੁਆਮੀ ਓਟ ਗਹੀ ਮੈਂ ਨਾ ਤੁਮ ਡੋਲੋ ਨਾ ਹਮ। ਇਹ ਨਾਲ ਹੀ ਤੁਹਾਨੂੰ ਦੱਸਿਆ ਵੀ ਆਪਾਂ ਕਿੱਦਾਂ ਬਚ ਸਕਦੇ ਹਾਂ। ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ। ਬਾਬਾ ਫਰੀਦ ਜੀ ਦੇ ਦੋ ਸ਼ਲੋਕ ਲੈ ਕੇ ਮੈਂ ਆਪ ਜੀ ਨੂੰ ਆਵਾਂ। ਬਾਬਾ ਫਰੀਦ ਜੀ ਕਹਿੰਦੇ ਆ ਦੁੱਖਾਂ ਸੇਤੀ ਦਿਹੋ ਗਿਆ ਸੂਲਾਂ ਸੇਤੀ ਰਾਤ ਖੜਾ ਪੁਕਾਰੇ ਪਾਤਨੀ ਬੇੜਾ ਕੱਪਰ ਵਾਤ। ਕਹਿੰਦੇ ਦਿਨ ਮੇਰਾ ਲੰਘਿਆ ਦੁੱਖਾਂ ਦੇ ਨਾਲ,
मैं दुखों के नाल बड़ा दुखी हो के कहते घर आया, घर आके सोचिया मंजे ते सोवांगा। सुआणी नूं कहा मंजा विछा, गद्दे गुद्दे विछा, मैं सौना चाहुंदा, पुल्ला कर, मैं सौना चाहुंदा, थक्या सवेर दा। कहते जदों मैं मंजे ते पिया ते कहते सेजा दे विचों मैनूं सूलां चुभियां। दुखा सेती दी हो गया, सूलां सेती क्यों? खड़ा पुकारे पातनी मलाह, मैं मलाह किनारे दे कोल खड़ा होके पुकारिया। खड़ा पुकारे पातनी बेड़ा कपरवात, मेरा बेड़ा जिहड़ा वो लहरां दे विच डुੱਬਿਆ होया। हुण लहरां दा आपां जिक्र कर लईए। लहरां किहड़ियां किहड़ियां? हंस, काम, क्रोध, लोभ, मोह। इनू गुरु नानक देव जी कहते चढ़ झक्खड़ ओहाड़। चढ़ झक्खड़, झक्खड़ आया, मीह आया, चढ़ झक्खड़ ओहाड़, लहरी वहन लखेसरी। लहरी वहन, लखां लहरां कहते आके मैनू घेर लिया। कहते चढ़ झक्खड़ ओहाड़, लहरी वहन लखेसरी। कहते सतगुरु स्यों आलाए, ओदे अगे पुकार कर, सतगुरु स्यों आलाए, बेड़ा डुबन नाहे भाओ। तेरे अंदरों बेड़ा डुबेगा नहीं, ओदा जिहड़ा डर बैठा ना वो भी नहीं आवेगा। डुबन ते गल ही होर दी है। चढ़ झक्खड़ ओहाड़, लहरी वहन लखेसरी। महाराज कहते सतगुरु स्यों आलाए, बेड़ा डुबन नाहे भाओ। ते बाबा फरीद जी कहते अगला श्लोक जिहड़ा आपां लिया सीगा, दुखां सेती दे हो गया। अगे बाबा फरीद जी ना अगली पंक्ति में दसदे आ, लम्मी लम्मी नदी वहे, केड़े नहीं डुबदे। इत्थे दस रहे हैं लम्मी लम्मी नदी वहे, कंधी केरे हेत, बेड़े नू कप्पर क्या कहे, क्या करे। बेड़े नू कप्पर क्या करे, जे पातन रहे सुचेत। जे पातन रहे, जे मलाह सुचेत है ना, ਉਹਦਾ बेड़ा डुबेगा। असी मलाह सुचेत बनीए। सुचेत किद्दां बनीए? घट्टो घट सिक्खा एक काम कर लै, 5 बाणियां सवेरे ते 2 शाम नूं पढ़ लै, नहीं डुबेगा। जां मैं दावे ना कहना गुरु नानक देव जी दे कोल बह कहना, नहीं डुबेगा। 5 बाणियां सवेरे, पर किद्दां पढ़नियां? एक चित जे एक मन ध्यायो, काल फास के एक चित नाल। वो नहीं कि जबान तेरी चलती पई है ते मन दे विच पता नहीं किहड़े किहड़े विकार जां बिजनस करी जाना, नहीं। एक चित जे एक शिर ते आयो, काल फास के बीच ना आयो। आ काम कर लै। बाबा फरीद जी कहते लम्मी लम्मी नदी वहे, कंधी केरे हेत। तेरी नदी ने की किया? नदी दे किनारियां ने, किनारियां नाल प्यार। इदां ही सिखा तेरे 2 किनारे आ, एक जन्म ते एक मौत। जे तू ना सुचेत होया, तेरा जन्म भी व्यर्थ जाना ते तेरी मौत भी जिहड़ी आ व्यर्थ जानी। कंधी केरे हेत, बेड़े नू कप्पर क्या कहे, जा पातन रहे गुरु कुल आ। ते फिर गुरु की करदा? भूले मार्ग जिन्हें बताया, ऐसा गुर भुले असी, भूले मार्ग जिन्हें बताया, ऐसा गुर बड़भागी पाया। इहदियां आखिरियां पंक्तियां पढ़ो। अगन सागर बूडत संसारा, डुबदे पे हैं। अगन सागर बूडत संसारा, नानक बाहां पकड़ सतगुर निस्तारा। उन्होंने अपनी बाह फड़ा, उन्होंने अपनी बाह फड़ा। 2 प्रमाण दे के मैं समता वल आवां। शब्द दे नाल सिख ने जुड़ना। सतगुर शब्द उजारो दीपा, बिनस्यो अंधकार तेह मंदर, बिनस्यो अंधकार। थोड़ा जिहा खोल दिया इनू मैं। एक बंदा रात नू चल रहा, हनेरा नू, बड़े ध्यान नाल सुनियो, उन्होंने ठेडा लग गया, वो डिग गया। परंतु उन्होंने पता है कि मैनू ठेडा लगा बाहरले हनेरे करके, वो डिग गया। उन्होंने अपने शरीर का पता, उन्होंने अपनिया बाहां का पता, उन्होंने अपनिया अखां का पता, उन्होंने अपनिया 9 द्वारियां का पता। लेकिन सिखा, जे तेरे किते अंदर हनेरा हो गया ना, ते ना तेरिया अखां काबू, ना तेरिया बाहां काबू, ना तेरिया लत्तां काबू। बाहरले हनेरे दा ते इलाज हो जाएगा, अंदरला हनेरा तेरा सतगुरु शब्द उजारो दीपा। बिनस्यो अंधकार तेह मंदर, बिनस्यो अंधकार तेरे अंदरला हनेरा। जे 100 चंदा उगवै, सूरज चढ़े 1000, इते चानन होंदिया
इत्ते चानन होंदियां गुरबिन घोर अंधार। गुरु तो बगैर तेरा कुछ नहीं है। बिन शब्द अंतर हानेरा, ना वस्त लहे ना वस्त लहे। जेड़ी वस्तु धरती ते लैन आया, मिन्नतां पा पा के आया इत्थे। मैं नहीं कहना, बाणी कहती गई है, गुर सेवा ते भगत कमाई तब यह मानस। गुर सेवा ते कितना किते रोंदा रहा कि मैनू भेज दे मनुखा जन्म विच। उन्हें फिर सुटता, कहना जा जाके अपना काम कर जू, की कर। गुर सेवा ते भगत कमाई तब यह मानस, देही पाई इस देही को। देखो तेरे नालों उन्हां दे नालों तू चंगा। इस देही को सिमरे देव। देवते भी कहते हैं धरती ते जाना मनुखा जन्म विच। रब कहता नहीं, तुहानू भेजना, कहता तुहानू भेजता उन्हें। गुर सेवा ते भगत कमाई तब यह मानस देही पाई। इस देही को सिमरे देव, सो देही पज हर की सेव। भजो गोबिंद भूल मत जाहो, मानस जन्म का यही लहो। मानस जन्म का। मक्खन शाह लुबाणे ने 22 पखंडियां दे विचों गुरु तेग बहादुर जी नूं लभ्या। उन्हां दी अख देखो, उन्हां दी सुरत वेखो, वो पखंडियां दे कोल नहीं टिकिया। ते माफ करना, असी अज पखंडियां विच वड़ के रह गए। हाँ, दूजी गल मैं कह दियां, जे कोई तुहानू लगदा कि वो सानू शब्द ना जोड़ रहा, गुरु ग्रंथ साहब ना जोड़ रहा, फिर उन्होंने महाराज कहते हैं जो दिसे गुरु सिखड़ा तिस निव निव लागू पंज। फिर कोई फिर वह नहीं। हाँ, जे तुहानू लगदा कि वो तुहाडियां तनख्वाहां, तुहाडे पैसे तुहानू इकनोमिकली तुहानू ब्लैकमेल कर रहा, इट मीनस वो तुहानू गुरु ग्रंथ साहब जोड़ा अपनियां प्रॉपर्टियां बना रहा। फिर महाराज कहते नहीं। फिर महाराज कहते ऐसे संत ना मोको, पेडा स्यों डाला, डाला स्यों पेडा गटकावे। डाल फड़ी है तो कहता डाल नहीं चाहिए, पूरा पेड़ ही आ जाए मेरे कोल। कहते तो मैं माफ करना NRI वाले, तो तुसीं बहुत ज़्यादा ब्लैकमेल होने जाके, क्योंकि पता उन्होंने कमाइयां कीतियां मैं, इन्होंने कोई चक्कर नहीं है। पंजाब वाले नूं पता दिहाड़ियां कित्थों मिलनियां। तो इस करके मेरी बेनती है, मैं जी बेनती कर रहा, बाबा मक्खन शाह जी ने 22 दे विचों जदों गए है तो जाके जदों गुरु तेग बहादुर जी के दर्शन किए है ना, साध संगत जी रूहानियत का चेहरा गद गद करदा चेहरा। तो जदों बाबा मक्खन शाह ने देखिया ना, उहदे अंदरों आवाज़ निकली है, सच्चा गुरु लादो रे, सच्चा गुरु लादो रे, सच्चा गुरु लादो रे। कोठे चढ़ के उन्हें जिहड़ी उन्हें पुकार की है। ते अंदर गुरु तेग बहादुर जी भी कह रहे सी, सच्चा सिख लादो रे, सच्चा सिख आ गया, सच्चा सिख आ गया। मक्खन शाह लुबाणे दे परिवार दे विचों 3 उन्हां दे पुत्तर होए, भाई जवंद सिंह, भाई खुशहाल सिंह ते भाई लाल सिंह। जवंद सिंह वड्डा है, जिन्हें खंडे बाटे की पौल छक के गुरु गोबिंद सिंह जी तो खंडे बाटे की पौल छक के सिंह बने। पहला जवंद चंद सीगा। ये जवंद सिंह वो है जिहड़ा सितंबर 1700 दे विच जदों गुरु साहिब दे लोहगढ़ दे किले ते शराबी हाथी नूं भेजिया गया सीगा, जिन्हों भाई बचित्र सिंह जी ने नागनी बरछा मार के उन्होंने वापस तोरिया। ते जिहड़ी भाई उदय सिंह जी ने केसरी चंद जिहड़ा कहंदा सीगा, कहंदा मैं इहदा सिर वड्ड के लियावांगा, गुरु गोबिंद सिंह दा कहंदे मैं सिर वड्ड के लियावांगा। ते अपना सिर वढ़ा के गया। ते उत्थे फिर बाबा इनू कहा सीगा, अपने जवंत सिंह नूं कहा सी, जवंत सिंह तू लोहगढ़ दे किले तो बाहर निकल के जिहड़े आउंदी जिहड़े अपने पहाड़ी राजे है, इन्हों तू राह च रोकना। ते रस्ते विच रोकदियां होइयां इन्हें शहादत का जाम पीता। दूसरा भाई लाल सिंह जिहड़े सीगे, उन्होंने गुरु गोबिंद सिंह जी ने आनंदपुर किले के घेरे पैण तो पहला ही उन्होंने हुक्मनामे दे के तोड़ता सीगा। ये नहीं शहीद होए। इन्हों का परिवार अज भी, मैं सुनिया अज भी इन्हों का परिवार है। उस तो बाद अगे चलीए, ਜਿਹੜੇ ਸੀਗੇ ਭਾਈ ਖੁਸ਼ਹਾਲ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਉਹ ਜਿਹੜੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੰਦੇੜ ਸਾਹਿਬ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਨਾ,
वैसे बाबा मक्खन शाह लुबाणा 1674 ਵਿੱਚ अकाल चलाना की गुरु तेग बहादुर जी तो 1 साल पहला 1674 ਵਿੱਚ उन्होंने अकाल चलाना किया। ਜਦੋਂ गुरु गोबिंद सिंह जी महाराज ने बाबा बंदा सिंह बहादुर ਨੂੰ ਨੰਦੇੜ ਦੀ ਧਰਤੀ ਤੋਂ ਭੇਜਿਆ ਤੇ ਨਾਲ ਜਿਹੜਾ ਬਾਬਾ ਬਾਜ ਸਿੰਘ ਸੀਗਾ ਉਹ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਸੀਗਾ। ਤੇ गुरु गोबिंद सिंह ने कहा सीगा जदों पैसों की कमी आवे, जदों पैसों की तोट आवे, बंदा ये सारा इतिहास है जी, अपने कोलों कुछ नहीं, तो बंदा सिया एक अरदास करी, अरदास गुरु नानक दे चरणों में करनी है, तो मैं दावे ना कहना उस वेले तेरियां जड़ियां मुरादां पूरियां होणगियां। दिल्ली पहुंचण तो पहला खंड रौंडा की धरती ते बाबा बंदा सिंह बहादुर ने अरदास की है। जदों अरदास की है उतों फिर बंजारे सिख आए है, बंजारे सिखा ने आके कहा कि साडा दसवंध है वो असी आप जी नूं देना चाहुंदे हां। बाबा बंदा सिंह बहादुर दियां सरहंद की जंग नूं छड्ड के जिन्नियां जंगां होईयां उन्हां सिपाहियां दा खर्चा, लंगर दा खर्चा ये बंजारे सिख जिहड़े है वो चकदे रहे है। और बाबा बंदा सिंह बहादुर दे नाल जदों उन्होंने सरहंद की जंग हुई है, इन्हां ने मोढे नाल मोढा ला के उस वजीदे नूं भी इन्हां ने पार बुलाया नाल बाबा जी दे। सो कहण तो भाव कि इन्हां दा बड़ा इतिहास जिहड़ा वो लंबा चौड़ा इतिहास है और इन्हां दी गुरु नानक दे घर नूं बहुत ज़्यादा देन है। सो साध संगत जी इतनियां को बेनतियां प्रवान करनियां। गुरुद्वारा साहिब की प्रबंधक कमेटी आखिरी बेनती करके कि असी शब्द दे नाल जोड़ना, शब्द तो बगैर नहीं। घट्टो घट फिर दोबारा उही बेनती रिपीट कर रहा, 5 बाणियां सवेरे ते 2 बाणियां, ते जे तुहाडे कोल हिम्मत है तो अपनी हयाती दे विच एक सहज पाठ अर्थां ना कर। मैं ना एक अपने वो याद आ गई, मैं किते गया पंजाब दी दिल्ली तो बाहर गया सी कथा करन वास्ते, ते एक माई उत्थे गुरु गोबिंद सिंह जी महाराज दा मनाया सी प्रकाश दिहाड़ा, ते आखिरी दिन माई कहंदी आ पुत्त कि मेरी ना पुत्तर दियां फैक्ट्रियां बहुत है, बहुत अमीर है, तो जिस दिन मैं चढ़ाई कर गई तेनों सद लूँगी भी तू मेरे भोग ते आना। मैं कहा माता असीं ते आके धक्का ला ही देना जे किते अड़ी होई ते इस करके इदां कर, मैं तेरे बेनती करदा अपन हथी अपना आपे ही काज, अपन हथी अपना आपे ही काज। इस करके मेरी ओ धीओ अपनी हयाती दे विच मेरे वीरों ते मेरे बुजुर्गों घट्टो घट एक सहज पाठ अपनी हयाती विच अखरां समेत अर्थां समेत कर जावो, तां जो तुहानूं गुरु नानक दे घर दा फलसफा जिहड़ा वो पता लग सके। इन्नियां को बेनतियां प्रवान करनियां, होईयां भुल्लां चुकां खिमा करनियां। गुरुद्वारा साहिब की प्रबंधक कमेटी, गुरुद्वारा साहिब के वजीर भाई साहब भाई हरबंस सिंह जी जसवंत ना ही भुल गया, आप जी का बहुत बहुत धन्यवाद है। होईयां भुल्लां चुकां आईयां होईयां संगतां दा कोटान कोट धन्यवाद। धन धन गुरु ग्रंथ साहिब जी महाराज का कोटान कोट धन्यवाद। वाहिगुरू जी का खालसा, वाहिगुरू जी की फतेह। राम कली महला तीजा। आनंद एक ओंकार सतगुरु प्रसाद। आनंद पिया मेरी माए सतगुरु मैं, सतगुरता पाया सहज सेती मन वजियां वधाइयां। राग रतन सब दोत गावो हरि केरा मन जनी वसाया। कहे नानक नंद हुआ ए मन मेरिया तू